ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸੁੱਤਿਆਂ ਪਿਆਂ ਤੇ ਗਾਜ ਡਿੱਗ ਪਈ ਜੇ। ਆ ਜਿਹੜਾ ਚੋਣ ਕਮਿਸ਼ਨ ਨੇ ਕੱਛ ਚੋਂ ਮੂੰਗਲੀ ਕੱਢ ਕੇ ਮਾਰੀ ਹੈ ਨਾ, ਔਰ ਅਜੇ ਮਹੀਨੇ ਕੁ ਦੇ ਵਿੱਚ ਹੀ ਇਲੈਕਸ਼ਨ ਕਰਾਉਣ ਵਾਲੀ ਗੱਲ, ਬਹੁਤਿਆਂ ਦਾ ਤੇ ਲੱਕ ਸਿੱਧਾ ਨਹੀਂ ਸੀ ਹੋਇਆ। ਅਜੇ ਤੇ ਸਕਰੀਨਿੰਗ ਕਮੇਟੀਆਂ ਤੁਰੀਆਂ ਫਿਰਦੀਆਂ ਸੀ, ਅਕਾਲੀ ਦਲ ਸਿਰਫ ਐਜ ਲੈ ਗਿਆ ਸੀ ਔਰ ਆਮ ਆਦਮੀ ਪਾਰਟੀ ਨੇ ਵੀ ਕਾਫੀ ਉਮੀਦਵਾਰ ਐਲਾਨੇ ਸੀ। ਲੇਕਿਨ ਜੋ ਹੋਇਆ, ਚੋਣ ਕਮਿਸ਼ਨ ਨੇ ਜਿਹੜਾ ਪ੍ਰੋਗਰਾਮ ਉਲੀਕਤਾ ਹੈ, ਪੰਜਾਬ ਦੇ ਪੋਲੀਟੀਸ਼ੀਅਨ ਦੀ ਇਸ ਵੇਲੇ ਨੀਂਦ ਹਰਾਮ ਹੋ ਗਈ ਮੈਨੂੰ ਲੱਗਦਾ। ਔਰ ਨਾਲ ਦੀ ਨਾਲ ਹੀ 15 ਤਰੀਕ ਤੱਕ ਨਾਲ ਹੀ ਕਹਿਤਾ ਵੀ ਕੰਪੇਨ ਵੀ ਕੋਈ ਨਹੀਂ, ਚੁੱਪ ਕਰਕੇ ਰਣਨੀਤੀਆਂ ਬਣਾਓ ਘਰੇ ਬਹਿ ਕੇ। ਇਹਦੇ ਉੱਤੇ ਆਪਾਂ ਅੱਜ ਗੱਲ ਕਰਦੇ ਹਾਂ ਕਿ ਕਿਹੜੀ ਪਾਰਟੀ ਦੀ ਕਿੰਨੀ ਕੁ ਤਿਆਰੀ ਹੈ, ਔਰ ਇਸ ਵੇਲੇ ਜੇ ਤੁਰੰਤ ਹਾਲਾਤ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਕੌਣ ਕਿੰਨੇ ਪਾਣੀ 'ਚ ਖੜਾ ਹੈ, ਕਿਹੜੀ ਪਾਰਟੀ ਕਿੱਥੇ ਖੜੀ ਹੈ। ਇਹ ਬੜੀ ਦਿਲਚਸਪ ਜੀ ਗੱਲ ਹੋ ਗਈ ਆ, ਔਰ ਬਹੁਤਿਆਂ ਨੂੰ ਤਾਂ ਸਮਝ ਨਹੀਂ ਆ ਰਹੀ ਕਿ ਹੁਣ ਸ਼ੁਰੂ ਕਿੱਥੋਂ ਕਰ ਲਈਏ। ਅਜੇ ਤਾਂ ਰੱਸੇ ਪੈੜੇ ਵੱਟਦੇ ਫਿਰਦੇ ਸੀ। ਦੂਜਾ ਸਵਾਲ ਆ ਕਿ ਪੰਜਾਬ ਨੂੰ ਨਵਾਂ ਪੁਲਿਸ ਪ੍ਰਮੁੱਖ ਮਿਲਿਆ, ਲੇਕਿਨ ਉਹਦੇ ਨਾਲ ਹੀ ਇੱਕ ਖਬਰ ਆ ਕਿ ਕੱਲ ਵਾਹਵਾ ਝੁੱਜੂ ਫਿਰਦਾ ਰਿਹਾ। ਇੱਕ ਮੀਟਿੰਗ ਸੀ ਉੱਚ ਪੱਧਰੀ, ਉਹਦੇ ਵਿੱਚ ਮੌਜੂਦਾ ਡੀਜੀਪੀ ਜਿਹੜੇ ਸੀਗੇ, ਜਿਹੜੇ ਹੁਣੇ ਥੋੜੀ ਦੇਰ ਪਹਿਲਾਂ ਬਦਲਤੇ, ਉਹਨਾਂ ਨੇ ਕਿਹਾ ਕਿ ਮੇਰਾ ਪੱਖ ਤਾਂ ਉੱਥੇ ਚੱਜ ਨਾਲ UPSC 'ਚ ਰੱਖਿਆ ਹੀ ਨਹੀਂ ਗਿਆ, ਮੇਰਾ ਕੀ ਕਸੂਰ ਆ ਜੀ। ਉਹ ਵਾਹਵਾ ਲਾਲਾ ਹੋਈ, ਉਹਦੇ ਤੇ ਵੀ ਗੱਲ ਕਰਾਂਗੇ। ਅੱਜ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਸੋਮਵਾਰ ਨੂੰ ਹੋਣੀ ਆ, ਉਹਦੇ ਮੁਤਲਕ ਹਾਈ ਕੋਰਟ ਦੇ ਜਿਹੜਾ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਉਹ ਰਿਕਾਰਡ ਨੂੰ ਸਬਮਿਟ ਕਰਨ ਦੀਆਂ ਗੱਲਾਂ, ਉਹਦੇ ਉੱਤੇ ਵੀ ਜ਼ਿਕਰ ਕਰਾਂਗੇ। ਲੇਕਿਨ ਇਸ ਸਾਰੇ ਦ੍ਰਿਸ਼ ਦੇ ਦੌਰਾਨ 2 ਦਿਨ ਪਹਿਲਾਂ ਰਾਤ ਨੂੰ ਦੇਰ ਰਾਤ 'ਚ ਜਦੋਂ ਉਹਨਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਹੋਇਆ, ਡੀਜੀਪੀ, ਚੀਫ ਸੈਕਟਰੀ ਔਰ ਦੋਵੇਂ SSP, ਦੋਨੇ DC, ਉਹਨਾਂ ਨੇ ਜਿਹੜਾ ਜਵਾਬ ਭੇਜਿਆ ਤੇ ਉਹਦੇ ਦਰਮਿਆਨ 'ਚ ਵਾਪਰੀਆਂ ਘਟਨਾਵਾਂ ਉਹ ਵੀ ਅਹਿਮ ਨੇ ਕਿ ਕੌਣ ਕਿੱਥੇ ਤੇ ਕਿਵੇਂ ਸੀ। ਜਿਹੜਾ ਰਿਕਾਰਡ ਤਲਬ ਕੀਤਾ ਗਿਆ, ਸੁਰੱਖਿਅਤ ਕੀਤਾ ਗਿਆ, ਉਸ ਰਿਕਾਰਡ ਦੇ ਅਨੁਸਾਰ ਕੀ ਕੁਝ ਆ, ਕਿਉਂਕਿ ਇਸੇ ਰਿਕਾਰਡ ਦੇ ਆਧਾਰ ਤੇ ਕਾਰਵਾਈਆਂ ਹੋਣੀਆਂ ਨੇ। ਇਹ ਬਹੁਤ ਕੁਝ ਐਸਾ ਹੈ ਜਿਹੜਾ ਹੁਣ ਕਹਿੰਦੇ ਨਾ ਕਿ ਪੰਜਾਬ ਸਰਕਾਰ ਨੂੰ ਕਿਵੇਂ ਲਈਏ। ਅੱਜ ਦੇ ਦਿਨ ਤੇ ਮੇਰੇ ਖਿਆਲ ਬਿਨਾਂ ਦੰਦਾਂ ਤੋਂ ਜਿਹੜਾ ਬਿਨਾਂ ਦੰਦਾਂ ਵਾਲੀ ਗੱਲ ਹੋ ਗਈ ਆ। ਸੋ ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਚੋਣ ਪ੍ਰੋਗਰਾਮ ਐਲਾਨਿਆ ਗਿਆ, ਮੈਨੂੰ ਇਹਦੇ ਉੱਤੇ ਪੰਜਾਬ ਦੇ ਨਜ਼ਰੀਏ ਤੋਂ ਆਪਣੀ ਟਿੱਪਣੀ ਦਿਓ ਤੇ ਦੱਸਿਓ ਕਿ ਅਸੀਂ ਹੁਣ ਕਿੱਥੇ ਖੜੇ ਆ ਐਜ਼ ਅ ਪੋਲੀਟੀਸ਼ੀਅਨ, ਸਿਆਸੀ ਪਾਰਟੀਆਂ। ਕਿਉਂਕਿ ਸੰਯੁਕਤ ਸਮਾਜ ਮੋਰਚੇ ਵਾਲੇ ਵੀ ਅੱਜ ਦਿੱਲੀ 'ਚ ਫਿਰਦੇ ਸੀ। ਸੰਯੁਕਤ ਸਮਾਜ ਮੋਰਚੇ ਵਾਲੇ ਵੀ ਚਾਹ ਰਹੇ ਸੀ ਕਿ ਸਾਡੀ ਪਾਰਟੀ ਕਿਸੇ ਤਰੀਕੇ ਨਾਲ ਅੱਗੇ ਵੱਧ ਜੇ। ਹੁਣ ਚੋਣ ਨਿਸ਼ਾਨਾਂ ਦਾ ਵੀ ਅਮਲ ਹੋਊਗਾ ਕਿ ਸੰਯੁਕਤ ਸਮਾਜ ਮੋਰਚਾ ਆਪਣੇ ਸਾਰੇ ਕੈਂਡੀਡੇਟਸ ਨੂੰ, ਭਾਵੇਂ ਹੋਣਗੇ ਤਾਂ ਆਜ਼ਾਦ ਵਾਂਗੀ, ਲੇਕਿਨ ਉਹਨਾਂ ਨੂੰ ਇੱਕ ਨਿਸ਼ਾਨ ਮਿਲ ਜੇ। ਇਹ ਸਾਰੀਆਂ ਚੀਜ਼ਾਂ ਨੂੰ ਹੁਣ ਤੁਸੀਂ ਕਿਵੇਂ ਲੈ ਰਹੇ ਹੋ, ਕਿਉਂਕਿ ਟੁੱਟ ਗਈ ਧੜਕ ਕਰਕੇ ਆਮ ਆਦਮੀ ਪਾਰਟੀ ਨਾਲ, ਕੀ ਕਹਿੰਦੇ? ਰੰਧਾਵਾ ਜੀ, ਬਹੁਤ ਟਾਈਮ ਤੋਂ ਇੰਤਜ਼ਾਰ ਸੀਗਾ ਕਿ ਚੋਣ ਕਮਿਸ਼ਨ ਕੋਡ ਕਦੋਂ ਲਾਉਂਦਾ ਹੈ। ਵੱਖ-ਵੱਖ ਡੇਟਾਂ ਚੱਲ ਰਹੀ ਸੀ। ਪਹਿਲੇ ਉਮੀਦ ਸੀਗੀ ਕਿ ਵੀ ਦਸੰਬਰ ਦੇ ਆਖਰੀ ਹਫਤੇ, ਯਾਨੀ ਤੁਹਾਨੂੰ ਯਾਦ ਹੋਏਗਾ ਪਿਛਲੀ ਵਾਰ ਚੋਣਾਂ ਦੇ ਵਿੱਚ 30 ਦਸੰਬਰ ਦੇ ਕਰੀਬ ਕੋਡ ਲੱਗ ਗਿਆ ਸੀਗਾ। ਚਲੋ ਹੁਣੇ ਵੀ 13 ਤਰੀਕ ਦੀ ਇੱਕ ਡੇਟ ਚੱਲਦੀ ਸੀ ਕਿ ਬਾਬੇ ਨਾਨਕ ਦਾ 13 ਹੀ 13, ਪਰ 8 ਤਰੀਕ ਨੂੰ ਅੱਜ ਚੋਣ ਜਾਬਤਾ ਲੱਗਣ ਤੋਂ ਬਾਅਦ ਸਾਡੀ ਪੋਲੀਟੀਕਲ ਪਾਰਟੀਆਂ, ਖਾਸ ਕਰਕੇ ਪੰਜਾਬ ਦੀ ਪੋਲੀਟੀਕਲ ਪਾਰਟੀਆਂ ਨਾਲ ਤੇ ਉਦਾਂ ਹੀ ਹੋਇਆ ਵੀ ਸਾਨੂੰ ਪਤਾ ਸੀਗਾ ਮਾਰਚ 'ਚ ਐਗਜ਼ਾਮ ਹੋਣੇ ਆ, ਪਰ ਐਗਜ਼ਾਮ 1 ਮਹੀਨੇ ਪਹਿਲੇ ਹੀ ਹੋ ਗਏ ਤੇ ਤਿਆਰੀ ਕੋਈ ਬਹੁਤੀ ਹੈ ਨਹੀਂ। ਕਿਉਂਕਿ ਅਗਰ ਤੁਸੀਂ ਵੱਖ-ਵੱਖ ਪਾਰਟੀਆਂ ਦੀ ਜ਼ਿਕਰ ਕਰੋ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਪਰੀਮੋ, ਜਿਹਨੂੰ ਆਪਾਂ ਕਹਿੰਦੇ ਨੇ ਕੇਜਰੀਵਾਲ, ਉਹ ਵੀ ਕਰੋਨਾ ਤੋਂ ਪੀੜਿਤ ਨੇ। ਦੂਜੇ ਪਾਸੇ ਅਗਰ ਗੱਲ ਕਰੀਏ ਚੰਨੀ ਹੋਰਾਂ ਦੀ, ਜਿਹੜੇ ਸਾਡੇ ਮੁੱਖ ਮੰਤਰੀ ਹੈਗੇ ਨੇ, ਉਹਨਾਂ ਨੂੰ ਵੀ ਅੱਜ ਕਰੋਨਾ, ਉਹਨਾਂ ਦਾ ਟੈਸਟ ਹੋਇਆ, ਪਰ ਘਰ ਦੇ 3 ਜੀ ਨੂੰ ਕਰੋਨਾ ਹੋ ਗਿਆ ਤੇ ਟੈਸਟ ਆਉਣ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਵੀ ਉਹਨਾਂ ਦਾ ਕੀ ਹੋਇਆ। ਕਿਸਾਨ ਵੀ ਆਪਣੀ ਜਥੇਬੰਦੀ ਦੇ ਨਾਲ, ਆਪਣੀ ਪਾਰਟੀ ਦੇ ਨਾਲ ਉਤਰਨਾ ਚਾਹੁੰਦੇ ਨੇ। ਉਹ ਹਜੇ ਦਿੱਲੀ ਦੇ ਚੱਕਰ ਲਾ ਹੀ ਰਹੇ ਸੀਗੇ ਵੀ ਚੋਣ ਨਿਸ਼ਾਨ ਸਾਨੂੰ ਕੋਈ ਵਧੀਆ ਜਿਹਾ ਮਿਲ ਜਾਏ। ਔਰ 117 ਦੇ ਉੱਤੇ ਇਲੈਕਸ਼ਨ ਲੜਨ ਦੀ ਗੱਲ ਤੇ ਉਹਨਾਂ ਨੇ ਕਰਤੀ, ਪਰ ਕੰਮ ਔਖਾ ਬਹੁਤ ਹੈ। 117 ਬੰਦੇ ਲੱਭਣਾ, ਵਧੀਆ ਬੰਦੇ ਲੱਭਣਾ ਔਖਾ ਕੰਮ ਹੈ। ਕਾਂਗਰਸ ਦੀ ਅੱਜ ਲਿਸਟ ਆਣੀ ਸੀ, ਕਹਿੰਦੇ ਵੀ 70-75 ਦੀ ਲਿਸਟ ਆ ਜਾਏਗੀ, ਔਰ ਇਹ ਵੀ ਕਿਹਾ ਜਾ ਰਿਹਾ ਸੀਗਾ 20 ਸਿਟਿੰਗ MLA ਨੂੰ ਟਿਕਟ ਨਹੀਂ ਮਿਲੇਗੀ। ਜਿਹੜੇ ਉਹ 20 MLA ਹੈਗੇ ਆ, ਭਾਵੇਂ ਤੁਹਾਨੂੰ ਤੇ ਨਹੀਂ ਪਤਾ ਉਹ 20 MLA ਕਿਹੜੇ ਹੈਗੇ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ, ਪਰ ਮੈਨੂੰ ਲੱਗਦਾ ਉਹਨਾਂ MLA ਨੂੰ ਜ਼ਰੂਰ ਪਤਾ ਹੈ। ਉਹ ਵੀ ਦੂਜੀ ਪਾਰਟੀਆਂ ਦੀ ਖਿੜਕੀ ਝਾਕਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ, ਔਰ ਉਹਨਾਂ ਕੋਲ ਬਹੁਤੇ ਅਲਟਰਨੇਟਿਵ ਨਹੀਂ ਬਚੇ। ਕਿਉਂਕਿ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਕਰੀਏ ਤੇ ਜ਼ਿਆਦਾਤਰ ਕੈਂਡੀਡੇਟ ਅਨਾਉਂਸ ਕਰ ਚੁੱਕੀ, ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ।
ਕਿ ਮੈਕਸਿਮਮ ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰ ਹੀ ਦਿੱਤੇ। ਹਾਂ, ਕਿਸਾਨੀ ਪਾਰਟੀ ਉਹ ਉਹਨਾਂ 20 ਐਮਐਲਏ ਨੂੰ ਐਡਜਸਟ ਕਿੱਥੇ ਕਰੇਗੀ, ਕਿਉਂਕਿ ਉਹ ਇੱਕ ਪੋਲੀਟੀਕਲ ਪਾਰਟੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੂੰ ਉੱਥੇ ਵੀ ਜਗ੍ਹਾ ਨਹੀਂ ਮਿਲ ਸਕਦੀ। ਹੁਣ ਉਹਨਾਂ ਕੋਲ ਇੱਕੋ ਹੀ ਰਸਤਾ ਬਚਿਆ ਭਾਜਪਾ, ਜਿੱਥੇ ਵੈਕੈਂਸੀਆਂ ਬਹੁਤ ਹੈ। ਹਜੇ ਉਹਨਾਂ ਨੇ ਟਿਕਟ ਆਪਣੀ ਅਨਾਉਂਸ ਕਰਨੀ ਹੈ, ਪਰ ਕਾਂਗਰਸ ਦੀ ਲਿਸਟ ਜਿਹੜੀ ਹੁਣ ਕਹਿੰਦੇ ਸੀ ਕਿ ਮੰਡੇ ਟਿਊਜ਼ਡੇ ਆਏਗੀ, ਮੈਨੂੰ ਲੱਗਦਾ ਵੀ ਅੱਜ ਕੱਲ੍ਹ ਵਿੱਚ ਹੀ ਕੋਈ ਨਾ ਕੋਈ ਲਿਸਟ ਕਾਂਗਰਸ ਦੀ ਆ ਸਕਦੀ ਹੈ। 70 ਤੋਂ 75 ਕੈਂਡੀਡੇਟ ਉਹਨਾਂ ਨੇ ਫਾਈਨਲਾਈਜ਼ ਕਰ ਹੀ ਲਏ ਨੇ, ਪਰ ਉੱਥੇ ਵੀ ਜਿਹੜੇ ਉਹਨਾਂ ਦੇ ਚੇਅਰਮੈਨ ਨੇ ਅਜੇ ਮਾਕਨ, ਸਕਰੀਨਿੰਗ ਕਮੇਟੀ ਦੇ ਚੇਅਰਮੈਨ, ਉਹ ਵੀ ਕਰੋਨਾ ਪੀੜਿਤ ਹੈਗੇ ਨੇ। ਯਾਨੀ ਕਰੋਨੇ ਦੀ ਮਾਰ ਨਾ ਕੇਵਲ ਇਲੈਕਸ਼ਨ ਕਮਿਸ਼ਨ ਨੇ ਇੱਕ ਕੈਂਪੇਨ ਕਰਫਿਊ ਲਾ ਕੇ ਪਾਤਾ, ਬਲਕਿ ਪੋਲੀਟੀਕਲ ਪਾਰਟੀ ਦੇ ਮੁੱਖ ਆਗੂਆਂ ਨੂੰ ਕਰੋਨਾ ਹੋ ਜਾਣਾ, ਇਹ ਵੀ ਆਪਣੇ ਆਪ ਵਿੱਚ ਇੱਕ ਡਬਲ ਮਾਰ ਹੈਗੀ ਹੈ, ਜਿਹੜੀ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਪੈ ਰਹੀ ਹੈ। ਅੱਜ ਤੋਂ ਰਾਤ ਨੂੰ ਜਗ ਜਗ ਕੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦੇਣਗੇ ਤਕਰੀਬਨ ਸਾਰੇ ਕੈਂਡੀਡੇਟ ਔਰ ਪੋਲੀਟੀਕਲ ਪਾਰਟੀਆਂ ਦੇ ਮੁਖੀ। ਪਰ ਉਹ ਰਣਨੀਤੀ ਕੀ ਹੁੰਦੀ ਹੈ, ਕਿਉਂਕਿ ਹੁਣ ਸਿਰਫ ਉਹਨਾਂ ਕੋਲ ਇੱਕੋ ਹੀ ਚਾਰਾ ਬਚਿਆ ਹੈ, ਡਿਜੀਟਲ ਮੀਡੀਆ ਦੇ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣਾ। ਰੰਧਾਵਾ ਜੀ, ਤੁਹਾਡੀ ਸਾਡੀ ਹੁਣ ਬੁੱਕਤ ਬਹੁਤ ਜ਼ਿਆਦਾ ਪੈਣ ਵਾਲੀ ਹੈ, ਕਿਉਂਕਿ ਸਾਨੂੰ ਬਹੁਤ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕਰਨਾ ਹੈ ਵੀ ਸਾਡੀ ਗੱਲ ਨੂੰ ਪੁਰਜੋਰ ਤਰੀਕੇ ਨਾਲ ਰੱਖੋ। ਪਰ ਇੱਥੇ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਪਾਰਟੀ ਦਾ ਪੱਖ ਨਹੀਂ ਭੋਰਨਾ। ਹਾਂ, ਕੋਈ ਸਾਨੂੰ ਆਪਣੀ ਗੱਲ, ਆਪਣੀ ਚੰਗੀ ਗੱਲ ਆਪਣੇ ਬਾਰੇ 'ਚ ਜਾਂ ਆਪਣੇ ਬਾਰੇ 'ਚ ਕੁਝ ਵੀ ਦੱਸਣਾ ਚਾਹੁੰਦਾ ਹੈ, ਉਹ ਅਸੀਂ ਉਹਨਾਂ ਤੋਂ ਗੱਲ ਤੇ ਸੁਣਾਂਗੇ, ਪਰ ਜਦ ਅਸੀਂ ਉਹਨੂੰ ਲੋਕਾਂ ਨੂੰ ਦੱਸਾਂਗੇ ਤੇ ਉਹਦੇ ਵਿੱਚ ਪ੍ਰੋਜ਼ ਐਂਡ ਕੌਨਸ ਦੋਨੇ ਹੋਣੇ ਚਾਹੀਦੇ ਹੈ। ਇਸ ਗੱਲ ਦਾ ਖਿਆਲ ਸਾਨੂੰ ਰੱਖਣਾ ਪਏਗਾ। ਪਰ ਹੁਣ ਤੇ ਲੜਾਈ ਛਿੜ ਗਈ ਹੈ, ਅੱਜ ਬਿਗਲ ਵੱਜ ਗਿਆ ਔਰ ਸਮਾਂ ਵੀ ਘੱਟ ਹੈ, ਮਹੀਨਾ ਕੁ ਰਹਿ ਗਿਆ। ਮਹੀਨੇ ਦੇ ਵਿੱਚ ਲਿਸਟਾਂ ਵੀ ਜਾਰੀ ਕਰਨੀਆਂ। ਭਾਜਪਾ ਨੇ ਹਜੇ ਤੱਕ ਕੋਸ਼ਿਸ਼ ਕੀਤੀ ਸੀ, ਜਿਹੜੇ ਬਾਹਰ ਦੇ ਪ੍ਰਾਹੁਣੇ ਆਣੇ ਨੇ ਉਹਨਾਂ ਦੀ ਤਿਆਰੀਆਂ ਕਰ ਰਹੇ ਸੀਗੇ, ਪਰ ਉਹ ਪ੍ਰਾਹੁਣੇ ਰੁਕੇ ਹੋਏ ਸੀਗੇ। ਕੋਡ ਲੱਗਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਕਿ ਵੀ ਝੜੀ ਲੱਗ ਜਾਣੀ ਹੈ, ਚਲੋ ਲੱਗ ਗਿਆ। ਹੁਣ ਉਹ ਝੜੀ ਕਦੋਂ ਲੱਗਦੀ ਹੈ? ਕਿ ਉਹ ਪੰਜਾਬ ਲੋਕ ਕਾਂਗਰਸ ਵੱਲ ਜਾਂਦੇ ਨੇ, ਜਿਹੜੇ ਕਾਂਗਰਸ ਦੇ ਡਿਸਗਰੰਟਡ ਲੀਡਰ ਹੋਣਗੇ, ਜਾਂ ਫਿਰ ਉਹ ਭਾਜਪਾ ਦਾ ਦਾਮਨ ਫੜਦੇ ਨੇ। ਇਹ ਵੀ ਤੁਹਾਨੂੰ 2-3 ਦਿਨਾਂ ਦੇ ਵਿੱਚ ਭਾਜਪਾ ਦੇ ਦਫ਼ਤਰ ਦੇ ਵਿੱਚ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਮਹਿਲ ਦੇ ਵਿੱਚ ਸ਼ਾਇਦ ਕੁਝ ਥੋੜੀ ਬਹੁਤ ਰੌਣਕਾਂ ਨਜ਼ਰ ਆਣੀ ਲੱਗਦੀ ਹੈ। ਬਿਲਕੁਲ ਭਾਸਕਰ ਸਾਹਿਬ, ਇੱਕ ਸਵਾਲ ਤੁਸੀਂ ਖੜਾ ਕਰਕੇ ਤੇ ਮੇਰੇ ਸਾਹਮਣੇ 100 ਸਵਾਲ ਖੜੇ ਕਰਤੇ ਆ ਕਿ ਸਾਡਾ ਮੁੱਲ ਵਧਣ ਵਾਲਾ ਡਿਜੀਟਲ ਮੀਡੀਆ ਵਾਲਿਆਂ ਦਾ। ਜਦੋਂ ਅਸੀਂ ਕੋਈ ਇਸ਼ਤਿਹਾਰ ਨੀਤੀ ਨਹੀਂ ਬਣਾਈ, ਜਦੋਂ ਅਸੀਂ ਕਿਸੇ ਤੋਂ ਕੋਈ ਫੇਵਰ ਨਹੀਂ ਲੈਂਦੇ, ਤਾਂ ਸਾਡੀ ਵੈਲਿਊ ਦੀ ਗੱਲ ਨਹੀਂ। ਸਾਨੂੰ ਤਾਂ ਹੁਣ ਨਿਰਪੱਖ ਤਰੀਕੇ ਨਾਲ ਗੱਲ ਕਰਨੀ ਹੋਊਗੀ। ਜਿਹੜੇ ਕਹਿੰਦੇ ਜੀ ਇਹ ਤਾਂ ਅੱਜ ਸਿੱਧੂ ਦਾ ਪੱਖ ਪੂਰਦੇ ਜੀ, ਅੱਜ ਚੰਨੀ ਦਾ ਪੂਰਦੇ ਜੀ, ਅੱਜ ਇਹਨਾਂ ਨੇ ਬਾਦਲ ਕਿਆਂ ਦੀ ਗੱਲ, ਇਹ ਬਾਦਲ ਕਿਆਂ ਨੇ ਖਰੀਦ ਲਏ ਜੀ, ਜਿਹੜੇ ਮੁੜ ਕੇ ਕਹਿੰਦੇ ਬੀਜੇਪੀ ਦੀ ਬੋਲੀ ਬੋਲਦੇ ਆ, ਉਹ ਨੀਤ ਲਾ ਕੇ ਰੋਜ਼ ਸੁਣ ਲਿਆ ਕਰਨ ਕਿ ਜਿਸ ਦਿਨ ਜੋ ਮੁੱਦਾ ਹੁੰਦਾ ਉਸ ਮੁੱਦੇ ਦੇ ਅਨੁਕੂਲ ਅੱਗੇ ਵਧਦੇ ਆ। ਕਈਆਂ ਨੂੰ ਉਹ ਗੱਲ ਚੁੱਭਦੀ ਆ, ਲੇਕਿਨ ਕਈ ਵਾਰੀ ਇੰਜ ਹੁੰਦਾ ਹੈ ਕਿ ਤੁਹਾਡੀ ਸਮਝ, ਮੈਂ ਆਪਣੀ ਗੱਲ ਕਰ ਰਿਹਾ ਕਿ ਤੁਹਾਡੀ ਸਮਝ ਛੋਟੀ ਹੁੰਦੀ ਆ, ਜਿਹੜਾ ਤੁਹਾਨੂੰ ਸੁਣ ਰਿਹਾ ਹੁੰਦਾ ਉਹਦੀ ਸਮਝ ਵੱਡੀ ਹੁੰਦੀ ਆ। ਉਹ ਨਜ਼ਰੀਆ ਜ਼ਰੂਰ ਅਪਣਾਇਓ। ਮੈਂ ਇੱਕ ਵਾਰੀ ਫਿਰ ਇੱਥੇ ਭਾਸਕਰ ਸਾਹਿਬ ਨੇ ਸੋਹਣੀ ਗੱਲ ਕਰਤੀ ਆ, ਮੈਂ ਸਾਰਿਆਂ ਨੂੰ ਕਹਿ ਦਿਆਂ ਕਿ ਅਸੀਂ ਕਿਸੇ ਵੀ ਪੱਧਰ ਤੇ ਕਿਸੇ ਕੋਲੋਂ ਵੀ ਕੋਈ ਫੇਵਰ ਨਹੀਂ ਲੈਂਦੇ, ਔਰ ਜੇ ਸਾਡੇ ਬਿਹਾਫ ਤੇ ਕਿਧਰੇ ਕੋਈ ਗੱਲ ਹੁੰਦੀ ਵੀ ਆ ਤਾਂ ਸਾਡੇ ਧਿਆਨ ਵਿੱਚ ਲਿਆਓ, ਕਿਉਂਕਿ ਇਹ ਪਲੇਟਫਾਰਮ ਜਿਉਂਦੇ ਹੀ ਇਸ ਕਰਕੇ ਆ ਕਿ ਜੇ ਸੁਣਨ ਵਾਲੇ ਇਹਨੂੰ ਨਿਰਪੱਖ ਮੰਨਣ ਜਾਂ ਸਾਡੀ ਗੱਲ ਨੂੰ ਵਜਨਦਾਰ ਤਰੀਕੇ ਨਾਲ ਉਹ ਸਮਝਦੇ ਹੋਣ, ਔਰ ਸਾਡੀ ਭਰੋਸੇਯੋਗਤਾ ਤੇ ਨਿਰਪੱਖਤਾ ਤਾਂ ਹੀ ਬਣੀ ਰਹਿੰਦੀ ਆ ਜੇ ਅਸੀਂ ਕਿਸੇ ਧਿਰ ਨਾਲ ਨਾ ਵਗੀਏ। ਜੇ ਧਿਰ ਨਾਲ ਹੀ ਵਗਣਾ ਹੋਵੇ ਤਾਂ ਭਾਸਕਰ ਸਾਹਿਬ, ਪਾਰਟੀਆਂ ਦੀਆਂ ਟਿਕਟਾਂ ਬੜੀਆਂ ਨੇ, ਉਹਨਾਂ ਦੀ ਟਿਕਟ ਲੈ ਕੇ ਫਿਰ ਸਿਆਸਤ ਵਿੱਚ ਜਾਣਾ ਚਾਹੀਦਾ। ਇੱਥੇ ਲੋਕਾਂ ਦੇ ਵਿਸ਼ਵਾਸ ਨੂੰ ਕਾਹਤੋਂ ਖਰਾਬ ਕਰਨਾ। ਮੈਂ ਹੁਣ ਉਸ ਗੱਲ ਤੇ ਆਵਾਂ ਜਿਹੜੀ ਬੜੀ ਦਿਲਚਸਪ ਆ। ਅਸੀਂ ਨਿਰਪੱਖ ਰਵਾਂਗੇ, ਵਾਅਦਾ ਕਰਦੇ ਹਾਂ, ਲੇਕਿਨ ਸਭ ਤੋਂ ਅਹਿਮ ਸਵਾਲ ਕਿ ਜਿਹੜੇ ਮਾਮਲੇ ਨੇ ਸਭ ਤੋਂ ਜ਼ਿਆਦਾ ਤੀਬਰਤਾ ਨਾਲ 2 ਦਿਨ ਦੇ ਵਿੱਚ ਲੋਕਾਂ ਦਾ ਧਿਆਨ ਖਿੱਚਿਆ, ਉਹ ਹੈ ਕੇਂਦਰ ਦੇ ਔਰ ਸਟੇਟ ਦੇ ਰਿਸ਼ਤੇ। ਭਾਸਕਰ ਸਾਹਿਬ, ਇਹ ਬਹੁਤ ਨਾਜ਼ੁਕ ਦੌਰ 'ਚ ਖੜੇ ਆ, ਔਰ ਕੇਂਦਰ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਨੂੰ ਦੇਖਿਆ ਗਿਆ, ਉਹ ਅੱਜ ਵੀ, ਕਿਉਂਕਿ ਹੁਣ ਮਾਣਯੋਗ ਸੁਪਰੀਮ ਕੋਰਟ ਕੇਸ ਆ ਤੇ ਸੁਪਰੀਮ ਕੋਰਟ ਨੇ ਸਾਰੀਆਂ ਜਾਂਚਾਂ ਨੂੰ ਰੋਕ ਦਿੱਤਾ ਹੈ। ਔਰ ਇਹ ਬੜੀ ਇੱਕ ਬਹੁਤ ਦਿਲਚਸਪ ਗੱਲ ਆ ਕਿ ਜਿਹੜੇ ਵਕੀਲ ਨੇ ਇਸ ਕੇਸ ਨੂੰ ਅੱਗੇ ਵਧਾਇਆ, ਮਨਿੰਦਰ ਸਿੰਘ, ਉਹ ਕਦੇ ਅਰੁਣ ਜੇਟਲੀ ਦੇ ਸਹਾਇਕ ਸੀ, ਕੁਲੀਗ ਸੀ। ਅੱਜ ਕੱਲ ਉਹ ਅਰੁਣ ਜੇਟਲੀ ਜਿਹੜੇ ਫੌਤ ਹੋ ਗਏ, ਪੁਰਾਣੇ ਵੱਡੇ ਲੀਡਰ ਬੀਜੇਪੀ ਦੇ, ਅੱਜ ਕੱਲ ਉਹਨਾਂ ਦੇ ਉਹ ਕੇਸਿਸ ਨੂੰ ਵੀ ਦੇਖਦੇ ਆ, ਉਹਨਾਂ ਦੇ ਨਾਲ ਇਹ ਪ੍ਰੈਕਟਿਸ ਕਰਦੇ ਰਹੇ ਆ। ਇਹਦਾ ਮਤਲਬ ਸਿੱਧੇ ਤਰੀਕੇ ਨਾਲ
ਇਹ ਮੰਨ ਲਿਆ ਜਾਣਾ ਚਾਹੀਦਾ ਕਿ ਬੀਜੇਪੀ ਵਰਗੀ ਸੋਚ ਰੱਖਣ ਵਾਲੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਉਹਦੀ ਸੋਚ ਵਿਚਾਰਧਾਰਾ ਕੀ ਹੈ, ਪਰ ਇੱਕ ਜਿਹੜੀ ਆਮ ਤੌਰ ਤੇ ਪਰਸੈਪਸ਼ਨ ਬਣਦੀ, ਇੱਕ ਨਜ਼ਰੀਆ ਬਣਦਾ ਹੈ ਕਿ ਮਨਿੰਦਰ ਸਿੰਘ ਜਦੋਂ ਜਾਂਦੇ ਆ ਤਾਂ ਬੀਜੇਪੀ ਵਾਂਗ ਹੀ ਇੱਕ ਤਰ੍ਹਾਂ ਨਾਲ ਨਜ਼ਰ ਆਉਂਦਾ ਹੈ ਕਿ ਬੀਜੇਪੀ ਨੇ ਕੇਸ ਸੁਪਰੀਮ ਕੋਰਟ ਦੇ ਹਵਾਲੇ ਕਰਤਾ। ਦੂਜੇ ਬੰਨੇ ਇਹ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਸਭ ਕੁਝ ਆਪਣੇ ਹੱਥ 'ਚ ਲੈ ਲਿਆ ਤੇ ਕੇਂਦਰ ਸਟੇਟ ਦੇ ਰਿਸ਼ਤੇ ਆਪਣੇ ਆਪ ਹੀ ਉਹ ਸਮੂਥ ਹੋ ਜਾਂਦੇ ਆ, ਕੇਂਦਰ ਦੇ ਕੋਈ ਬਹੁਤੀ ਇਸ ਮਾਮਲੇ 'ਚ ਦਖਲਅੰਦਾਜ਼ੀ ਬਚਣੀ ਨਹੀਂ। ਤੀਜੀ ਗੱਲ ਕਿ ਜਿਹੜੀ ਇਸ ਮਾਮਲੇ 'ਚ 6 ਲੋਕਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤੇ ਗਏ, ਜਿਸ 'ਚ ਡੀਜੀਪੀ, ਚੀਫ ਸੈਕਟਰੀ, ਦੋਨਾਂ ਜ਼ਿਲ੍ਹਿਆਂ ਦੇ ਬਠਿੰਡੇ ਔਰ ਫਿਰੋਜ਼ਪੁਰ ਦੇ ਡੀਸੀ ਤੇ ਐਸਐਸਪੀ, ਇੰਟਰਮ ਤੌਰ ਤੇ ਅੰਤਰਿਮ ਇੱਕ ਉਹਦਾ ਰਿਪਲਾਈ ਗਿਆ ਬੀਤੀ ਸ਼ਾਮ ਨੂੰ, ਜਿਹਦੇ ਵਿੱਚ ਚੀਫ ਸੈਕਟਰੀ ਨੇ ਇਹ ਕਿਹਾ ਕਿ ਅਸੀਂ ਪਰਚਾ ਦਰਜ ਕਰਤਾ, ਅਸੀਂ ਸੰਬੰਧਿਤ ਐਸਐਸਪੀ ਨੂੰ ਸਸਪੈਂਡ ਕਰਤਾ ਜਾਂ ਉਹਦੀ ਉੱਤੇ ਕਾਰਵਾਈ ਕੀਤੀ ਹੈ, ਔਰ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਇੱਕ ਕਮਿਸ਼ਨ ਜਾਂ ਕਮੇਟੀ ਬਣਾਤੀ ਹੈ, ਉਹਦੀ ਰਿਪੋਰਟ ਆਉਣ ਤੇ ਤੁਹਾਨੂੰ ਅਗਲੀ ਕਾਰਵਾਈ ਬਾਰੇ ਦੱਸਿਆ ਜਾਊਗਾ। ਲੇਕਿਨ ਇਨ ਦਾ ਮੇਨ ਟਾਈਮ ਉਹ ਸਾਰਾ ਰਿਕਾਰਡ ਪ੍ਰੀਜ਼ਰਵ ਕਰਨ ਲਈ, ਰਾਖਵਾਂ ਕਰਨ ਲਈ ਕਹਿਤਾ ਗਿਆ ਸੀ। ਜਿਹੜੀ ਡਿਊਟੀ ਚੰਡੀਗੜ੍ਹ ਦੇ ਪੁਲਿਸ ਮੁਖੀ ਦੀ ਲੱਗੀ ਉਹ ਸਾਰਿਆਂ ਨੂੰ ਪਤਾ ਹੈ। ਲੇਕਿਨ ਦਰਮਿਆਨ ਚ ਭਾਸਕਰ ਸਾਹਿਬ ਇੱਕ ਅਹਿਮ ਗੱਲ ਜਿਹੜੀ ਵਾਪਰਦੀ ਆ ਉਹ ਇਹ ਸੀਗਾ ਕਿ ਜਿਹੜਾ ਪ੍ਰੋਟੋਕਾਲ ਸੀ, ਜਿਹੜੀਆਂ ਕੋਆਰਡੀਨੇਸ਼ਨ ਕਮੇਟੀ ਦੀਆਂ ਚੀਫ ਸੈਕਟਰੀ ਨੇ ਮੀਟਿੰਗਸ ਲਈਆਂ ਸੀ, ਜਿਹੜਾ ਰਿਕਾਰਡ ਸੀ ਉਹਦੇ ਵਿੱਚ ਬਠਿੰਡੇ 에ਅਰਪੋਰਟ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਔਰ ਗਵਰਨਰ ਪੰਜਾਬ ਦੋਨਾਂ ਨੇ ਰਿਸੀਵ ਕਰਨਾ ਸੀ। ਸੋ ਸੈਣੀ ਵਾਲੇ ਦੇ ਵਿੱਚ ਚੀਫ ਸੈਕਟਰੀ ਔਰ ਡੀਜੀਪੀ ਨੇ ਰਿਸੀਵ ਕਰਨਾ ਸੀਗਾ, ਔਰ ਜਿਹੜੇ ਓਪੀ ਸੋਨੀ ਔਰ ਇੱਕ ਹੋਰ ਕੈਬਨਿਟ ਮਿਨਿਸਟਰ ਉਹਨਾਂ ਨੇ ਪੰਡਾਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਰਿਸੀਵ ਕਰਨਾ ਸੀ। ਇਹ ਚਿੱਠੀ ਪੱਤਰ ਆ। ਹੁਣ ਸਵਾਲ ਇਹ ਆ ਕਿ ਜਦੋਂ ਜਿਹੜੇ ਆਈਬੀ, ਜਿਹੜੇ ਉਹਨਾਂ ਦੇ ਐਸਪੀਜੀ ਦੇ ਆਈਜੀ ਆ ਜਾਂ ਕੋਈ ਉਸ ਰੈਂਕ ਦੇ ਅਧਿਕਾਰੀ ਆ ਜਿਨ੍ਹਾਂ ਨੇ ਰੂਟ ਬਦਲਿਆ, ਤੇ ਉਹ ਡੀਜੀਪੀ ਨਾਲ ਫੋਨ ਤੇ ਗੱਲਬਾਤ ਹੋਣ ਤੋਂ ਬਦਲਿਆ ਗਿਆ ਔਰ ਡੀਜੀਪੀ ਨੇ ਸਹਿਮਤੀ ਦਿੱਤੀ ਜਿਹੜੇ ਚਟੋਪਾਧਿਆਏ ਨੇ, ਔਰ ਉਸ ਤੋਂ ਬਾਅਦ ਦਰਮਿਆਨ ਚ ਜੋ ਘਟਨਾਵਾਂ ਵਾਪਰੀਆਂ ਉਹ ਵਾਪਰਦੀਆਂ ਰਹੀਆਂ। ਇੱਕ ਇਹ ਪਹਿਲੂ ਆ। ਇਹ ਸਾਰੇ ਤੱਥ ਆ ਜਿਹੜੇ ਤੱਥ ਹੁਣ ਰਿਕਾਰਡ ਤੇ ਲੈ ਲਏ ਗਏ ਆ, ਜਿਹੜੇ ਆਪਣਾ ਹਾਈ ਕੋਰਟ ਦੇ ਵਿੱਚ ਆ, ਜਿਹੜੇ ਸੁਪਰੀਮ ਕੋਰਟ ਦੇ ਹਵਾਲੇ ਕੀਤੇ ਜਾਣਗੇ। ਔਰ ਅੱਜ ਦਿਨ ਵੇਲੇ ਡੀਜੀਪੀ ਔਰ ਚੀਫ ਸੈਕਟਰੀ ਸ਼ਾਇਦ ਉਹ ਜਿਹੜਾ ਰਜਿਸਟਰਾਰ ਦਾ ਆਫਿਸ ਹੈ ਉਹਦੇ ਵਿੱਚ ਵੀ ਦੇਖੇ ਗਏ ਜਾਂ ਉੱਥੇ ਗਏ ਨੇ, ਔਰ ਉਹਦੇ ਚ ਰਿਕਾਰਡ ਸਬਮਿਟ ਕਰਤਾ ਗਿਆ ਜਾਂ ਕਰਨ ਦੀ ਸਥਿਤੀ ਦੇ ਵਿੱਚ ਅੱਜ ਕਿਸੇ ਦੀ ਡਿਊਟੀ ਲਾਤੀ ਗਈ ਹੈ। ਇਹ ਪਹਿਲੂ ਨੇ। ਇਹਦਾ ਇੱਕ ਦੂਜਾ ਪਹਿਲੂ ਭਾਸਕਰ ਸਾਹਿਬ ਜਿਹਦੇ ਤੇ ਤੁਹਾਡੀ ਟਿੱਪਣੀ ਬਹੁਤ ਅਹਿਮ ਹੋਊਗੀ ਕਿ ਜਿਹੜੀ ਸਾਰੀ ਸ਼ਰੀਕੇਬਾਜ਼ੀ ਹੈ ਉਹਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਉੱਥੇ ਇੰਚਾਰਜ ਸੀਗੇ। ਰਾਣਾ ਗੁਰਮੀਤ ਸਿੰਘ ਸੋਢੀ ਉਸ ਰੈਲੀ ਦੇ ਇੰਚਾਰਜ ਸੀ, ਜਿਹੜੇ ਗੁਰੂ ਹਰਸਹਾਏ ਤੋਂ ਆਉਂਦੇ ਨੇ, ਸਾਬਕਾ ਵਜ਼ੀਰ ਨੇ, ਐਮਐਲਏ ਉਹ ਗੁਰੂ ਹਰਸਹਾਏ ਤੋਂ, ਤੇ ਉਹਨਾਂ ਦੀ ਇੱਛਾ ਇਸ ਵਾਰੀ ਫਿਰੋਜ਼ਪੁਰ ਤੋਂ ਲੜਨ ਦੀ ਹੈ ਤੇ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰਾਇਵਲਰੀ ਜਿਹੜੀ ਹੈ ਉਹ ਪਰਮਿੰਦਰ ਸਿੰਘ ਪਿੰਕੀ ਨਾਲ ਹੋਣੀ ਸੀ, ਜਿਹੜੇ ਕਾਂਗਰਸ ਦੇ ਸਿਟਿੰਗ ਐਮਐਲਏ। ਹੁਣ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਵੀ ਰੌਲੇ ਰੱਪੇ ਦੇ ਵਿੱਚ ਕੋਈ 19-21 ਹੋਈ ਹੈ, ਸਥਾਨਕ ਪੱਧਰ ਤੇ ਪੰਗੇਬਾਜ਼ੀਆਂ ਹੋਈਆਂ। ਇਹ ਵੀ ਦੇਖਣ ਦੀ ਲੋੜ ਆ ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਤੇ ਬਾਕੀ ਚੀਜ਼ਾਂ ਨੂੰ। ਤੁਹਾਨੂੰ ਯਾਦ ਹੋਣਾ ਪਰਮਿੰਦਰ ਪਿੰਕੀ ਨੇ ਸਾਬਕਾ ਡੀਜੀਪੀ ਚਟੋਪਾਧਿਆਏ ਜਿਹੜੇ ਹੁਣ ਸਾਬਕਾ ਹੋ ਗਏ ਉਹਨਾਂ ਤੇ ਦੋਸ਼ ਵੀ ਲਾਏ ਸੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਕੰਪਾਈਲ ਕਰਕੇ ਤੁਹਾਡੇ ਵੱਲ ਸੁੱਟਦਾ ਹੈ। ਮੈਂ ਲੰਬੀ ਗੱਲ ਕਰ ਰਿਹਾ, ਹੁਣ ਤੁਸੀਂ ਇੱਥੇ ਟਿੱਪਣੀ ਦਿਓ ਕਿ ਅੱਗੇ ਗੱਲ ਕਿੱਧਰ ਨੂੰ। ਦੇਖੋ ਰੰਧਾਵਾ ਜੀ, ਜਿਹੜੀ ਤੁਸੀਂ ਗੱਲਾਂ ਦੱਸੀ ਉਹ ਤਕਰੀਬਨ ਹੁਣ ਪਬਲਿਕ ਡੋਮੇਨ ਦੇ ਵਿੱਚ ਹੈਗੀ ਹੈ ਕਿ ਵੀ ਇਹ ਬੰਦੇ ਨੂੰ ਸ਼ੋਕਾਜ਼ ਨੋਟਿਸ ਹੋਇਆ, ਫਿਰ ਉਸ ਐਪੀਸੋਡ ਦੇ ਵਿੱਚ ਗਲਤੀ ਕੀਤੀ ਸੀ। ਖੈਰ ਇਹ ਗੱਲ ਨਿਕਲ ਕੇ ਤੇ ਨਹੀਂ ਆਈ, ਪਰ ਫਿਰ ਦੁਬਾਰਾ ਉਸ ਇਨਸੀਡੈਂਟ ਨੂੰ, ਕਿਉਂਕਿ ਕੱਲ ਸਾਡਾ ਪ੍ਰੋਗਰਾਮ ਨਹੀਂ ਹੋ ਪਾਇਆ, ਪਰ ਹਜੇ ਤੱਕ ਇਹ ਗੱਲ ਜ਼ਰੂਰ ਨਿਕਲ ਕੇ ਆਈ ਹੈ ਕਿ ਪ੍ਰਧਾਨ ਮੰਤਰੀ ਜਦ ਵਾਪਸ ਜਾਂਦੇ ਨੇ, ਜਾਂਦੇ ਜਾਂਦੇ ਇਹ ਕਹਿੰਦੇ ਨੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਸ਼ੁਕਰੀਆ, ਮੈਂ ਜਿੰਦਾ ਵਾਪਸ ਲੌਟ ਆਇਆ। ਇਸ ਕਮੈਂਟ ਨੇ ਹਾਲਾਂਕਿ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਦੇ ਹਾਲਾਤ ਦਾ ਬਗੈਰ ਜ਼ਿਕਰ ਕੀਤੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਬਹੁਤ ਵੱਡਾ ਲਾਂਛਨ ਲਾਇਆ ਸੀਗਾ ਪੰਜਾਬ ਦੇ ਉੱਤੇ ਕਿ ਪੰਜਾਬ ਇੱਕ ਐਦਾਂ ਦਾ ਸੂਬਾ ਹੈਗਾ, ਭਾਵੇਂ ਉਹ ਹਿੰਦੁਸਤਾਨ ਦਾ ਇੱਕ ਰਾਜ ਹੈਗਾ, ਪਰ ਉਸ ਰਾਜ ਦੇ ਵਿੱਚ ਵੀ ਪ੍ਰਧਾਨ ਮੰਤਰੀ ਸੇਫ ਨਹੀਂ ਹੈਗੇ। ਇਹ ਨੈਰੇਟਿਵ ਸੈੱਟ ਜ਼ਰੂਰ ਕੀਤਾ ਸੀ, ਪਰ ਇਸ ਨੈਰੇਟਿਵ ਦੇ ਨਾਲ ਹੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੂਬੇ ਦੇ ਨਾਲ ਰਿਲੇਸ਼ਨਸ ਖਰਾਬ ਹੋਣ ਦੀ ਗੱਲ ਚੱਲ ਰਹੀ ਸੀਗੀ, ਉਹ ਕਿਸੇ ਨਾ ਕਿਸੇ ਜਗ੍ਹਾ ਅੱਜ ਚੋਣਾਂ ਦੇ ਐਲਾਨ ਤੋਂ ਬਾਅਦ ਖਤਮ ਹੋ ਗਈ। ਰਿਪੋਰਟਾਂ ਤਿਆਰ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਉਹ ਰਿਪੋਰਟਾਂ ਤੁਸੀਂ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਜਮ੍ਹਾਂ ਕਰਾ ਦਿਓ, ਹਾਈ ਕੋਰਟ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਫੈਸਲਾ ਲਏਗਾ। ਹੁਣ ਜਿੱਥੇ ਤੱਕ ਗੱਲ ਪੰਜਾਬੀਆਂ ਦੀ ਸੀਗੀ ਔਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆ ਕੇ ਮੈਂ ਸੇਫ ਨਹੀਂ ਸੀਗਾ, ਉਹ ਵੀ ਨੈਰੇਟਿਵ ਕਿਸੇ ਨਾ ਕਿਸੇ ਜਗ੍ਹਾ ਸੈੱਟ ਨਹੀਂ ਹੋ ਪਾਇਆ, ਕਿਉਂਕਿ ਜਿਹੜੇ ਸਾਡੇ ਮੁੱਖ ਮੰਤਰੀ ਸੀ ਚੰਨੀ ਉਹਨਾਂ ਨੇ ਪੈਂਦੇ ਸੱਟੇ ਹੀ ਇਸ ਗੱਲ ਦਾ ਜਵਾਬ ਦੇ ਕੇ ਸਾਰੇ ਇਲਜ਼ਾਮਾਂ ਤੋਂ ਤੇ ਪੰਜਾਬੀਅਤ ਜਾਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨੂੰ ਇਸ ਤਰੀਕੇ ਨਾਲ ਟੈਕਲ ਕੀਤਾ ਕਿ ਉਹ ਇਸ਼ੂ ਦੂਜੇ ਪਾਸੇ ਹੀ ਤੁਰ ਗਿਆ। ਹੁਣ
ਅਫਸਰਾਂ ਦੇ ਹੈਡਸ ਰੋਲ ਆਊਟ ਹੋਣਗੇ, ਇਸ ਗੱਲ ਦਾ ਸਾਨੂੰ ਪੂਰਾ ਅੰਦੇਸ਼ਾ ਸੀਗਾ। ਅੱਜ ਡੀਜੀਪੀ ਸਾਹਿਬ ਨੂੰ ਪਹਿਲੀ ਬਦਲ ਦਿੱਤਾ ਗਿਆ, ਹੁਣ ਭਵਰਾ ਸਾਹਿਬ ਨਵੇਂ ਡੀਜੀਪੀ ਲੱਗੇ ਨੇ, ਫਿਰੋਜ਼ਪੁਰ ਦੇ ਐਸਐਸਪੀ ਨੂੰ ਵੀ ਬਦਲ ਦਿੱਤਾ ਗਿਆ, ਉਹ ਵੀ ਨਵੇਂ ਜਿਹੜੇ ਨਰਿੰਦਰ ਭਾਰਗਵ ਹੈਗੇ ਨੇ ਉਹਨਾਂ ਨੂੰ ਐਸਐਸਪੀ ਲਾਤਾ, ਬਰਨਾਲਾ ਦੇ ਐਸਐਸਪੀ ਨੂੰ ਵੀ ਬਦਲ ਦਿੱਤਾ ਗਿਆ। ਜੋ ਇਹ ਚੀਜ਼ਾਂ ਚੱਲ ਰਹੀ ਹੈ, ਜਿਨ੍ਹਾਂ ਦੇ ਖਿਲਾਫ ਸ਼ੋ ਕਾਜ਼ ਨੋਟਿਸ ਹੋਏ ਨੇ, ਉਹਨਾਂ ਨੇ ਆਪਣੀ ਤਿਆਰੀ ਪਹਿਲੀ ਕਰਤੀ, ਜਵਾਬ ਸਬਮਿਟ ਕਰਤੇ ਨੇ, ਕਿਉਂਕਿ ਕੱਲ 5 ਵਜੇ ਤੱਕ ਦਾ ਟਾਈਮ ਜਿਹੜੇ ਫਿਰੋਜ਼ਪੁਰ ਦੇ ਐਸਐਸਪੀ ਸੀਗੇ ਉਹਨਾਂ ਨੂੰ ਦਿੱਤਾ ਸੀਗਾ, ਉਹਨਾਂ ਨੇ ਵੀ ਆਪਣੀ ਰਿਪੋਰਟ ਸਬਮਿਟ ਕਰਤੀ ਹੈ। ਹੁਣ ਇਹ ਸਾਰੀ ਗੱਲ ਚਲੀ ਗਈ ਸੋਮਵਾਰ ਤੱਕ, ਜਦ ਕੋਰਟ ਦੇ ਵਿੱਚ ਦੋਨੋਂ ਰਿਪੋਰਟਾਂ, ਕੇਂਦਰ ਸਰਕਾਰ ਦੀ ਵੀ ਤੇ ਸੂਬੇ ਸਰਕਾਰ ਦੀ ਵੀ, ਉਹ ਦੋਨੋਂ ਰਿਪੋਰਟਾਂ ਉੱਥੇ ਜਮ੍ਹਾਂ ਹੋਣਗੀਆਂ। ਗਲਤੀਆਂ ਕਿਹਦੀ ਸੀ, ਕਿੱਦਾਂ ਸੀ, ਉਹ ਸਾਰੀ ਬਲੈਕ ਐਂਡ ਵਾਈਟ ਦੇ ਵਿੱਚ, ਕਿਉਂਕਿ ਇਹਦੇ ਵਿੱਚ ਗਲਤੀਆਂ ਤੇ ਐਸਪੀਜੀ ਦੀ ਵੀ ਨਿਕਲਣੀ ਹੈ ਤੇ ਪੰਜਾਬ ਗਵਰਨਮੈਂਟ ਕਹੋ ਜਾਂ ਪੰਜਾਬ ਪੁਲਿਸ ਕਹੋ, ਉਹਨਾਂ ਦੀ ਵੀ ਨਿਕਲਣੀ ਹੈ। ਪਰ ਇਹ ਇਸ਼ੂ ਥੋੜੇ ਟਾਈਮ ਵਾਸਤੇ ਇਹ ਪਿੱਛੇ ਚਲਾ ਗਿਆ। ਅੱਜ ਮੁੱਦਾ ਹੈਗਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਗਏ, ਵੱਖ-ਵੱਖ ਪਾਰਟੀਆਂ ਮੁੱਦਿਆਂ ਤੋਂ ਨਾ ਭਟਕਦੇ ਹੋਏ ਹੁਣ ਪੂਰਾ ਮੱਛੀ ਦੀ ਅੱਖ ਵਰਗਾ ਉਹਨਾਂ ਨੇ ਨਿਸ਼ਾਨਾ ਇਲੈਕਸ਼ਨ ਵੱਲ ਪਾ ਲਿਆ। ਜਿਹੜੀ 36,000 ਮੁਲਾਜ਼ਮਾਂ ਦੀ ਫਾਈਲ ਸੀਗੀ ਉਹ ਜ਼ਰੂਰ ਅਟਕੀ ਦੀ ਅਟਕੀ ਰਹਿ ਗਈ, ਕਿਉਂਕਿ ਜਿਹੜੇ ਸਾਡੇ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਸੀ ਮੈਂ ਧਰਨਾ ਦੂੰਗਾ ਰਾਜਪਾਲ ਦੇ ਘਰ ਦੇ ਸਾਹਮਣੇ, ਪਰ ਚਲੋ ਹੁਣ ਤੇ ਉਹ ਅਟਕ ਗਏ। ਔਰ ਜਿਹੜੇ ਧਰਨੇ ਪ੍ਰਦਰਸ਼ਨ ਭਾਵੇਂ ਉਹ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਲੱਗਿਆ ਸੀਗਾ ਜਾਂ ਹੋਰ ਜਗ੍ਹਾ ਤੇ, ਉਹਨਾਂ ਦੇ ਉੱਤੇ ਵੀ ਬੈਨ ਲੱਗ ਗਿਆ ਔਰ ਉਹ ਵੀ ਹੁਣ ਆਪਣੇ ਆਪਣੇ ਧਰਨੇ ਚੱਕ ਕੇ ਅਗਲੀ ਸਰਕਾਰ ਬਣਨ ਦਾ ਇੰਤਜ਼ਾਰ ਕਰਨ ਵਾਸਤੇ ਮਜਬੂਰ ਹੋ ਗਏ ਨੇ। ਪਰ ਦੂਜੇ ਪਾਸੇ ਜਿਹੜਾ ਭਾਸਕਰ ਸਾਹਿਬ ਇੱਕ ਚੀਜ਼ ਇਹਦੇ ਚ ਨੋਟ ਕਰਨ ਵਾਲੀ ਹੈ, ਫਾਈਲ ਅਟਕ ਗਈ ਜਾਂ ਅਟਕੀ ਰਹਿਣ ਦਿੱਤੀ ਗਈ ਜਾਂ ਪਰਸਿਓ ਜਲਦੀ ਨਹੀਂ ਕੀਤੀ ਗਈ, ਮੇਰੇ ਖਿਆਲ 'ਚ ਸਭ ਤੋਂ ਵੱਧ ਸਟੇਟ ਦੀ ਇਕਨੋਮੀ ਤੇ ਭਾਰ ਪੈਣਾ ਸੀ ਤੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਕਰਕੇ ਫੁੱਲ ਸਕੇਲ ਦੇ ਵਿੱਚ ਤੁਸੀਂ ਅੱਗੇ ਵਧਾਉਣਾ ਸੀਗਾ। ਇਹੀ ਸਭ ਤੋਂ ਵੱਡਾ ਸ਼ਾਇਦ ਖਰਚਾ ਵੀ ਹੋਣਾ ਸੀ। ਮੈਨੂੰ ਨਹੀਂ ਪਤਾ, ਸ਼ਾਇਦ ਮੈਂ ਗਲਤ ਵੀ ਹੋਵਾਂ, ਜੇ ਗਲਤ ਹੋਵਾਂ ਤੇ ਮੈਂ ਮਾਫੀ ਮੰਗ ਲੈਣਾ। ਸਾਡੀ ਉਹਨਾਂ ਸਾਰੇ ਮੁਲਾਜ਼ਮਾਂ ਨਾਲ ਹਮਦਰਦੀ ਹੈ ਜਿਨ੍ਹਾਂ ਨੂੰ ਪੱਕੇ ਕੀਤਾ ਜਾਣਾ ਸੀ, ਜਿਹੜੇ ਨਹੀਂ ਹੋ ਸਕੇ। ਜੇ ਨਹੀਂ ਹੋ ਸਕੇ, ਹੋ ਸਕਦਾ ਫਾਈਲ ਨਿਕਲ ਵੀ ਗਈ ਹੋਵੇ, ਆਪਾਂ ਨੂੰ ਨਾ ਪਤਾ ਹੋਵੇ, ਅੰਦਰ ਖਾਤੇ ਪਹਿਲਾਂ ਸਾਈਨ ਹੋ ਗਏ ਹੋਣ, ਲੇਕਿਨ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਲੋਕ ਸਿਰਫ ਇੱਕ ਜੁਮਲੇ ਦਾ ਸ਼ਿਕਾਰ ਹੋ ਕੇ ਰਹਿ ਗਏ। ਇਹ ਵੀ ਧਿਆਨ 'ਚ ਰੱਖਿਆ ਜਾਊਗਾ ਜੀ। ਬਿਲਕੁਲ ਠੀਕ ਗੱਲ ਹੈਗੀ ਹੈ। ਹਜੇ ਤੱਕ ਅਗਰ ਫਾਈਲ ਕਲੀਅਰ ਹੋ ਗਈ ਹੁੰਦੀ ਤੇ ਮੈਨੂੰ ਲੱਗਦਾ ਹੈ ਕਿ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੋਂ 10 ਮਿੰਟ ਪਹਿਲੇ ਜਿੱਦਾਂ ਫਿਰੋਜ਼ਪੁਰ ਦੇ ਐਸਐਸਪੀ ਦਾ ਟ੍ਰਾਂਸਫਰ ਕੀਤਾ ਗਿਆ, ਤਦ ਹੀ ਇਸ ਗੱਲ ਦੀ ਵੀ ਅਨਾਉਂਸਮੈਂਟ ਹੋ ਜਾਂਦੀ ਵੀ ਹੋ ਗਏ ਪੱਕੇ। ਪਰ ਉਹ ਅਗਰ ਅਨਾਉਂਸਮੈਂਟ ਨਹੀਂ ਹੋਈ ਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਹਜੇ ਤੱਕ ਫਾਈਲ ਰਾਜ ਭਵਨ ਤੋਂ ਵਾਪਸ ਨਹੀਂ ਆਈ। ਪਰ ਰਾਜ ਭਵਨ ਦੇ ਵਿੱਚ ਦੁਬਾਰਾ ਵਾਪਸ ਫਾਈਲ ਗਈ ਵੀ ਸੀ ਜਾਂ ਨਹੀਂ ਗਈ ਸੀ, ਇਹਦੇ ਉੱਤੇ ਵੀ ਇੱਕ ਕੁਐਸਚਨ ਮਾਰਕ ਤੇ ਹੈਗਾ। ਪਰ ਹੁਣ ਗੱਲ ਆ ਗਈ ਚੋਣ ਦੇ ਮੈਦਾਨ ਦੇ ਵਿੱਚ। ਹੁਣ ਵਾਅਦਿਆਂ ਨਾਲ ਨਹੀਂ ਗੱਲ ਚੱਲੇਗੀ, ਸਕੂਟਰੀਆਂ ਦੇਣ ਦੇ ਵਾਅਦਿਆਂ ਨਾਲ ਇਹ ਗੱਲ ਕਿਸੇ ਵੀ ਜਗ੍ਹਾ ਨਹੀਂ ਟਿਕੇਗੀ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ 36,000 ਪੱਕੇ ਮੁਲਾਜ਼ਮ ਕਰਨ ਤੋਂ ਬਾਅਦ ਖਰਚਾ ਸੂਬੇ ਦੀ ਸਰਕਾਰ ਦੇ ਉੱਤੇ ਬਹੁਤ ਪੈਣਾ ਸੀਗਾ, ਇਹ ਤੇ ਅਗਲੀ ਸਰਕਾਰ ਤੇ ਪੈਣਾ ਸੀਗਾ। ਤੇ ਅਗਲੀ ਸਰਕਾਰ ਭਾਵੇਂ ਕਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਦੀ ਬਣੇ, ਉਹ ਪਹਿਲੇ ਹੀ ਉਸ ਸਰਕਾਰ ਦੇ ਉੱਤੇ ਆਪਣੀ ਅਨਾਉਂਸਮੈਂਟ ਦੇ ਰਾਹੀਂ ਬੋਝ ਪਾ ਕੇ ਚੱਲ ਰਹੇ ਨੇ। ਲੋਕੀ ਹੁਣ ਵਾਅਦਿਆਂ ਤੋਂ ਪਰੇਸ਼ਾਨ ਵੀ ਨੇ ਔਰ ਖੁਸ਼ ਵੀ ਨੇ। ਖੁਸ਼ ਇਸ ਕਰਕੇ ਨੇ ਕਿ ਸ਼ਾਇਦ ਇੱਕ ਆਸ ਜਾਗਦੀ ਹੈ ਕਿ ਜਿੱਦਾਂ ਪਿਛਲੀ ਵਾਰ ਮੋਬਾਈਲ ਫੋਨ ਦੀ ਆਸ ਜਾਗੀ ਸੀਗੀ ਸਾਡੇ ਜਿਹੜੇ ਸਟੂਡੈਂਟ ਸੀਗੇ, ਪਰ ਉਹ ਆਸ 5 ਸਾਲ ਉੱਦਾਂ ਹੀ ਰਹੀ। ਹੁਣ ਕੁੜੀਆਂ ਨੂੰ ਵੀ ਸਕੂਟਰੀ ਦਾ ਸ਼ੌਂਕ ਤੇ ਚੜਿਆ ਹੀ ਹੋਏਗਾ। ਔਰ ਨਾਲ ਜਿਹੜੀ ਉਹ ਸਿੱਧੂ ਸਾਹਿਬ 5,000 10,000 15,000 20,000 ਉਹ ਜਿਹੜੀ ਗੱਲਾਂ ਕਰਦੇ ਸੀ ਨਾ, ਉਹ ਜ਼ਰੂਰ ਇੱਕ ਵਾਅਦੇ ਦੇ ਰੂਪ ਵਿੱਚ ਲੋਕਾਂ ਦੇ ਵਿੱਚ ਗਈ ਤੇ ਹੈ, ਪਰ ਵਿਸ਼ਵਾਸ ਬਹੁਤੇ ਲੋਕਾਂ ਨੂੰ ਹੈ ਨਹੀਂ। ਵਿਸ਼ਵਾਸ ਭਾਵੇਂ ਕੇਜਰੀਵਾਲ ਦੇ 1,000 ਦੇ ਉੱਤੇ ਤੇ ਮਾੜਾ ਮੋਟਾ ਜਿਹਾ ਹੋ ਜਾਏ, ਪਰ ਜਦ ਸਿੱਧੂ ਉਹਨਾਂ 5,000 15,000 ਤੇ 20,000 ਦੀ ਗੱਲ ਕਰਦੇ ਸੀ ਨਾ, ਉਹ ਲੋਕਾਂ ਦੇ ਵਿੱਚ ਕੋਈ ਬਹੁਤ ਵਧੀਆ ਤਰੀਕੇ ਨਾਲ ਗਈ ਨਹੀਂ ਭਾਸਕਰ ਸਾਹਿਬ, ਉਹਦੇ 'ਚ ਇੱਕ ਚੀਜ਼ ਸੀਗੀ ਕਿ 1,000 ਰੁਪਇਆ ਪ੍ਰਤੀ ਮਹੀਨਾ ਇਹ ਸਾਲ ਦੇ 12,000 ਬਣਦੇ ਆ। ਲੇਕਿਨ ਨਵਜੋਤ ਸਿੰਘ ਸਿੱਧੂ ਨੇ ਵਨ ਟਾਈਮ ਕਿਹਾ ਸੀ ਕਿ ਜਿਹੜਾ 10ਵੀਂ ਦੇ ਵਿੱਚ ਪਾਸ ਹੋਊਗਾ, 12ਵੀਂ ਚੋਂ ਪਾਸ ਹੋਊਗਾ, ਉਹਦੇ ਉੱਤੇ ਦੱਸਿਆ ਉਹ ਇੱਕੋ ਵਾਰੀ ਵਨ ਟਾਈਮ ਸੀਗਾ, ਜਿਹੜਾ ਇੱਕ ਵਾਰੀ ਬੱਚਾ ਪਾਸ ਹੋ 2,000 ਰੁਪਏ ਦੇਣੇ ਸੀਗੇ, ਉਹ ਵੀ ਵਨ ਟਾਈਮ ਦੇਣੇ ਸੀਗੇ। ਨਹੀਂ 2,000 ਵਾਲੀ ਗੱਲ ਜਿਹੜੀ ਆ ਉਹ ਤਾਂ ਕੇਜਰੀਵਾਲ ਵਾਂਗ 1,000 ਵਾਂਗ ਹੀ ਹੈ। ਉਹ ਤਾਂ ਸਿੱਧੂ ਸਾਹਿਬ ਨੇ ਪਤਾ ਨਹੀਂ ਕਿਉਂ ਇੰਜ ਪਹਿਲਾਂ ਕਹਿੰਦੇ ਰਹੇ ਸਾਡੇ ਕੋਲ ਪੈਸੇ ਹੈ ਨਹੀਂ, ਰੋਲ ਮਾਡਲ ਅਸੀਂ ਬਲੂ ਪ੍ਰਿੰਟ ਦੇਣਾ ਹੈ, ਅਸੀਂ ਇਹ ਕਰਨਾ, ਲੇਕਿਨ ਬਾਅਦ ਦੇ ਵਿੱਚ ਉਹਨਾਂ ਸੋਚਿਆ ਵੀ ਕੇਜਰੀਵਾਲ ਨਾਲੋਂ ਇੱਕ ਕਦਮ ਅੱਗੇ ਵਧਾ ਲਓ। ਅਜੇ ਸੁਖਬੀਰ ਸਿੰਘ ਬਾਦਲ ਨੇ ਕੁਝ ਕਹਿਣਾ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਅਜੇ ਤਾਂ ਕਿਸਾਨਾਂ ਨੇ, ਭਾਰਤੀ ਜਨਤਾ ਪਾਰਟੀ ਨੇ ਲਾਰੇ ਲਾਉਣੇ ਸੀ। ਹੁਣ ਚੋਣ ਮੈਨੀਫੈਸਟੋ ਚ ਲਿਆਉਣਗੇ। ਮੈਨੂੰ ਲੱਗਦਾ ਇਹ ਚੋਣ ਮੈਨੀਫੈਸਟੋ ਤਾਂ ਸਾਰਿਆਂ ਨੂੰ ਅਧਿਕਾਰਤ ਤੌਰ ਤੇ ਇਹ ਆਗਿਆ ਹੁੰਦੀ ਹੈ ਕਿ ਜੋ ਮਰਜ਼ੀ ਕਹਿ ਲਓ, ਵੇਖਾਂਗੇ ਕੀ ਹੋ ਰਿਹਾ। ਲੇਕਿਨ ਹੁਣ ਮੈਂ ਜ਼ਰੂਰ ਉਸ ਗੱਲ ਤੇ ਆਊਂਗਾ ਜਿਹੜੀ ਗੱਲ ਪੰਜਾਬ ਦੇ
ਪੁਲਿਸ ਪ੍ਰਸ਼ਾਸਨ ਨਾਲ ਜੁੜੀ ਹੈ। ਅੱਜ ਡੀਜੀਪੀ ਸਾਹਿਬ ਬਦਲਤੇ ਗਏ। ਤੁਹਾਨੂੰ ਯਾਦ ਹੀ ਹੈ ਕਿ 3 ਮੈਂਬਰਾਂ ਦਾ ਪੈਨਲ ਜਿਹੜਾ ਸੀਗਾ ਉਹ UPSC ਨੇ ਭੇਜਤਾ ਸੀ ਪੰਜਾਬ ਸਰਕਾਰ ਨੂੰ। ਮੌਜੂਦਾ ਡੀਜੀਪੀ ਜਿਹੜੇ ਹੁਣ ਸਾਬਕਾ ਹੋ ਗਏ ਚਟੋਪਾਧਿਆ ਸਾਹਿਬ, ਉਹ ਜਾ ਚੁੱਕੇ ਆ। ਨਵੇਂ ਵਰੇਸ਼ ਕੁਮਾਰ ਭਾਵਰਾ ਆਸੀਨ ਹੋ ਗਿਆ ਅਹੁਦੇ ਤੇ, ਪਤਾ ਨਹੀਂ ਉਹਨਾਂ ਚਾਰਜ ਲੈ ਲਿਆ ਕਿ ਨਹੀਂ। ਆਮ ਤੌਰ ਤੇ ਏਡੇ ਵੱਡੇ ਅਹੁਦਿਆਂ ਤੇ ਮਿੰਟੋ ਮਿੰਟੀ ਚਾਰਜ ਲੈ ਲਏ ਜਾਂਦੇ ਆ। ਲੇਕਿਨ ਸਭ ਤੋਂ ਅਹਿਮ ਸਵਾਲ ਆ ਕਿ ਚੋਣ ਜਾਬਤਾ ਲੱਗਣ ਤੋਂ ਕੁਝ ਘੜੀਆਂ ਪਹਿਲਾਂ ਡੀਜੀਪੀ ਨੂੰ ਬਦਲ ਦੇਣਾ ਜਾਂ ਨਿਯੁਕਤ ਕਰਨਾ ਸਰਕਾਰ ਦੀ ਅਣਸਰ ਦੀ ਲੋੜ ਤਾਂ ਨਹੀਂ ਸੀ? ਕੀ ਤੁਹਾਨੂੰ ਲੱਗਦਾ ਕਿ ਜੇ ਥੋੜੀ ਦੇਰ ਤੱਕ ਹੋਰ ਡੀਜੀਪੀ ਨਵੇਂ ਪੰਜਾਬ ਸਰਕਾਰ ਨਾ ਲਾਉਂਦੀ ਤਾਂ ਸ਼ਾਇਦ ਪੁਰਾਣੇ ਡੀਜੀਪੀ ਦਿਨਕਰ ਗੁਪਤਾ ਨੂੰ ਚੋਣ ਕਮਿਸ਼ਨ ਲੈ ਆਉਂਦਾ? ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ, ਕਿਉਂਕਿ ਫਿਰ ਇੱਕ ਆਪਸ਼ਨ ਸੀ, ਉਹਨਾਂ ਨੇ ਚੂਜ਼ ਕਰਨਾ ਸੀ ਤਿੰਨਾਂ ਦੇ ਵਿੱਚੋਂ। ਇਹ ਬਹੁਤ ਦਿਲਚਸਪ ਸੀ ਦੇਖਣ ਵਾਲਾ। ਲੇਕਿਨ ਕਾਲੀ ਦੇ ਵਿੱਚ ਚੰਨੀ ਸਰਕਾਰ ਨੇ ਇਹ ਫੈਸਲਾ ਲੈ ਕੇ ਵਰੇਸ਼ ਕੁਮਾਰ ਭਾਵਰਾ, ਜਿਨ੍ਹਾਂ ਬਾਰੇ ਅਸੀਂ 3 ਦਿਨ 4 ਦਿਨ ਪਹਿਲਾਂ ਹੀ ਕਿਹਾ ਸੀ ਕਿ ਉਹਨਾਂ ਨੂੰ ਹੀ ਸਰਕਾਰ ਦਾ ਲਾਉਣਾ ਬਣੂਗਾ ਜਾਂ ਹੋਰ ਕੋਈ ਉਹਨਾਂ ਕੋਲ ਤਰੀਕੇ ਨਹੀਂ। ਲੇਕਿਨ ਇਹਦੇ ਨਾਲ ਜੁੜਦੀ ਇੱਕ ਹੋਰ ਗੱਲ, ਟਿੱਪਣੀ ਤੁਹਾਡੀ ਤੋਂ ਪਹਿਲਾਂ ਮੈਂ ਕਹਿ ਦਿਆਂ ਕਿ ਬੀਤੇ ਕੱਲ ਮੁੱਖ ਮੰਤਰੀ ਸਾਹਿਬ ਔਰ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚੀਫ ਸੈਕਟਰੀ ਪੰਜਾਬ ਅਨਿਰੁੱਧ ਤਿਵਾੜੀ ਔਰ ਡੀਜੀਪੀ ਜਿਹੜੇ ਹੁਣ ਸਾਬਕਾ ਹੋ ਗਏ ਚਟੋਪਾਧਿਆ ਸਾਹਿਬ, ਇਹ ਗੈਰ ਰਸਮੀ ਮੀਟਿੰਗ 'ਚ ਮਿਲਦੇ ਆ। ਹੋ ਸਕਦਾ ਰਸਮੀ ਵੀ ਹੋਵੇ, ਲਫ਼ਜ਼ਾਂ ਦਾ ਹੇਰ-ਫੇਰ ਹੀ ਹੁੰਦਾ। ਉਹਦੇ ਵਿੱਚ ਡੀਜੀਪੀ ਸਾਹਿਬ ਨੇ ਗੁੱਸਾ ਜ਼ਾਹਰ ਕੀਤਾ ਕਿ ਸਾਡੇ ਚੀਫ ਸੈਕਟਰੀ ਨੇ UPSC ਦੇ ਵਿੱਚ ਮੇਰੀ ਪੈਰਵਾਈ ਨਹੀਂ ਕੀਤੀ। ਲੇਕਿਨ ਅਨੁਰੁੱਧ ਤਿਵਾੜੀ ਜਿਹੜੇ ਚੀਫ ਸੈਕਟਰੀ, ਉਹਨਾਂ ਨੇ ਕਿਹਾ ਜੀ ਮੈਂ ਕਿਵੇਂ ਕਰ ਸਕਦਾ ਸੀ ਜਦੋਂ ਹਰ ਤੱਥ ਤਾਂ UPSC ਦੇ ਕੋਲ ਸੀ ਤੇ ਮੈਂ ਉਹਨਾਂ ਤੱਥਾਂ ਦੇ ਉਲਟ ਜਾ ਕੇ ਕਿਵੇਂ ਗੱਲ ਕਰ ਸਕਦਾ ਸੀ? ਕਹਿੰਦੇ ਵਾਹਵਾ ਗਰਮਾ ਗਰਮੀ ਜੀ ਹੋਈ। ਤੇ ਅਖੀਰ ਦੇ ਵਿੱਚ ਕਿਉਂਕਿ ਇਹ ਸਾਰੇ ਮਾਮਲੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤਾਂ ਸ਼ਾਂਤ ਹੀ ਰਹੇ, ਉਹਨਾਂ ਜ਼ਿਆਦਾ ਕੁਝ ਨਹੀਂ ਕਿਹਾ। ਲੇਕਿਨ ਮੁੱਖ ਮੰਤਰੀ ਆਪਣੇ ਚੀਫ ਸੈਕਟਰੀ ਦਾ ਪੱਖ ਪੂਰਦੇ ਥੋੜੇ ਜਿਹੇ ਠੰਡੇ ਜਿਹੇ ਤਰੀਕੇ ਨਾਲ ਨਜ਼ਰ ਆਏ। ਲੇਕਿਨ ਚੀਫ ਸੈਕਟਰੀ ਦਾ ਇਹ ਕਹਿਣਾ ਜਾਂ ਇਸ ਤਰ੍ਹਾਂ ਦਾ ਇੱਕ ਤਰੀਕਾਕਾਰ ਸੀ ਵੀ ਜੇ ਤੁਸੀਂ ਇਸ UPSC ਦੇ ਪੈਨਲ ਦੇ ਖਿਲਾਫ ਸੁਪਰੀਮ ਕੋਰਟ 'ਚ ਜਾਣਾ ਹੈ ਤਾਂ ਮੈਂ ਤਾਂ ਡਿਫੈਂਡ ਨਹੀਂ ਕਰ ਸਕੂੰਗਾ ਬਤੌਰ ਚੀਫ ਸੈਕਟਰੀ, ਫਿਰ ਤੁਸੀਂ ਹੋਰ ਚੀਫ ਸੈਕਟਰੀ ਲਾ ਲਓ। ਇੰਜ ਦੀਆਂ ਗੱਲਾਂ ਵੀ ਨਿਕਲ ਕੇ ਬਾਹਰ ਆਈਆਂ। ਲੇਕਿਨ ਹੁਣ ਉਹ ਗੱਲਾਂ ਤਾਂ ਬੀਤੇ ਦੀਆਂ ਹੋ ਗਈਆਂ। ਔਰ ਚਟੋਪਾਧਿਆ ਸਾਹਿਬ ਕੋਲੋਂ ਤਾਂ ਵਿਜੀਲੈਂਸ ਤਾਂ ਕੱਲ ਹੀ ਸ਼ਾਇਦ ਚਾਰਜ ਲਿਆ ਸੀ, ਉਹਨਾਂ ਕੋਲ ਹੁਣ ਕਿਹੜਾ ਚਾਰਜ ਆ ਇਹ ਤਾਂ ਦੇਖਣਾ ਪਊਗਾ ਕਿ ਉਹਨਾਂ ਕੋਲ ਹੁਣ ਕਿਹੜਾ ਕੰਮ ਹੈ ਜਾਂ ਕਿਹੜਾ ਕੰਮ ਦਿੱਤਾ ਜਾਂਦਾ ਹੈ। ਪਰ ਸਰਕਾਰ ਨੇ ਥੋੜੇ ਦਿਨਾਂ ਦੇ ਡੀਜੀਪੀ ਲਾ ਕੇ ਕੁਝ ਪਰਚੇ, ਕੁਝ ਦੂਜੀਆਂ ਗੱਲਾਂ, ਹੁਣ ਵਰੇਸ਼ ਕੁਮਾਰ ਭਾਵਰਾ ਆ ਗਏ ਨੇ ਨਵੇਂ ਡੀਜੀਪੀ, ਔਰ ਹੁਣ ਮੇਰੇ ਖਿਆਲ ਸਾਰਾ ਕੁਝ ਚੋਣ ਕਮਿਸ਼ਨ ਦੇ ਥੱਲੇ ਵੀ ਚਲੇ ਗਿਆ। ਸਰਕਾਰ ਕੋਲ ਹੁਣ ਉਨੀ ਜ਼ਿਆਦਾ ਪਾਵਰ ਰਹੀ ਨਹੀਂ। ਹੁਣ ਅੱਗੇ ਟਿੱਪਣੀ ਤੁਸੀਂ ਦੇ ਦਿਓ ਜੀ, ਮੈਂ ਹੁਣ ਕੀ ਬੋਲਾਂ। ਦੇਖੋ, ਭਾਵਰਾ ਸਾਹਿਬ ਨੂੰ ਡੀਜੀਪੀ ਨਵਾਂ ਲਾਇਆ ਜਾਏਗਾ ਇਸ ਗੱਲ ਦੀ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ 3 ਦਿਨ ਪਹਿਲੇ ਜਦ ਉਹ ਲਿਸਟ UPSC ਨੇ ਭੇਜੀ ਸੀਗੀ ਤਦ ਹੀ ਅਸੀਂ ਇਸ ਗੱਲ ਨੂੰ ਕਲੇਮ ਕੀਤਾ ਸੀਗਾ ਕਿ ਜ਼ਿਆਦਾ ਚਾਂਸਸ ਉਹ ਭਾਵਰਾ ਸਾਹਿਬ ਦੇ ਡੀਜੀਪੀ ਬਣਨ ਵਾਲੇ ਹੈਗੇ ਨੇ। ਜੇ ਇਹ ਫੈਸਲਾ ਚੋਣ ਜਾਬਤਾ ਲੱਗਣ ਤੋਂ 1-1.5 ਘੰਟੇ ਪਹਿਲੇ ਨਾ ਲਿੱਤਾ ਜਾਂਦਾ ਤੇ ਹੋ ਸਕਦਾ ਹੈ ਕਿ ਚੋਣ ਕਮਿਸ਼ਨ ਡੀਜੀਪੀ ਲਾ ਦਿੰਦੇ ਦਿਨਕਰ ਗੁਪਤਾ ਉਹਨਾਂ ਨੂੰ, ਜਿਹਦੀ ਗੱਲ ਵੀ ਅਸੀਂ ਕਈ ਵਾਰ ਪਹਿਲੇ ਕਰ ਚੁੱਕੇ ਸੀਗੇ ਕਿ ਚੋਣ ਕਮਿਸ਼ਨ ਦੇ ਕੋਲ ਵੀ ਇੱਕ ਇਹ ਚੁਆਇਸ ਹੈਗੀ ਹੈ ਕਿ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਲਾਇਆ ਜਾ ਸਕਦਾ ਹੈ ਤੇ ਉਹ ਦਿਨਕਰ ਗੁਪਤਾ ਉਹਨਾਂ ਦੀ ਤਿਆਰੀ ਪਹਿਲੇ ਤੋਂ ਸੀਗੀ। ਪਰ ਹੁਣ ਕਿਉਂਕਿ ਚੋਣ ਜਾਬਤਾ ਲੱਗ ਗਿਆ ਹੈ, ਚਟੋਪਾਧਿਆ ਨੂੰ ਕਿਹੜਾ ਚਾਰਜ ਮਿਲੇਗਾ? ਜੇ ਤੇ ਹੁਣੇ ਮਿਲ ਗਿਆ ਹੋਏ ਤੇ ਸਾਨੂੰ ਨਹੀਂ ਪਤਾ, ਜੇ ਨਾ ਮਿਲਿਆ ਹੋਏ ਤੇ ਹੁਣ ਘੱਟ ਤੋਂ ਘੱਟ ਸਰਕਾਰ ਉਹਨਾਂ ਨੂੰ ਕੋਈ ਚਾਰਜ ਨਹੀਂ ਦੇ ਸਕਦੀ, ਕਿਉਂਕਿ ਹੁਣ ਚੋਣ ਜਾਬਤਾ ਦੇ ਵਿੱਚ ਕੋਈ ਟ੍ਰਾਂਸਫਰ, ਕੋਈ ਅਪਾਇੰਟਮੈਂਟ ਨਹੀਂ ਹੋ ਸਕਦਾ। ਬਾਕੀ ਹੁਣ ਚੋਣ ਕਮਿਸ਼ਨ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰੀ ਦੇਣ ਦੇ ਸਮਰੱਥ ਹੈ। ਚੋਣ ਕਮਿਸ਼ਨ ਦੇ ਸਕਦਾ। ਉਹਨਾਂ ਦੀ ਨਾਰਾਜ਼ਗੀ ਜਿਹੜੇ ਚਟੋਪਾਧਿਆ ਉਹਨਾਂ ਦੀ ਸੀਗੀ ਉਹ ਇਸ ਗੱਲ ਦੇ ਉੱਤੇ ਸੀ ਕਿ ਜਦ UPSC ਦੇ ਵਿੱਚ ਪੈਨਲ ਭੇਜਿਆ ਜਾ ਰਿਹਾ ਸੀਗਾ, ਉਹ ਡੇਟ ਸੂਬੇ ਦੀ ਸਰਕਾਰ ਪੁਰਜ਼ੋਰ ਤਰੀਕੇ ਨਾਲ ਮੰਗਦੀ ਸੀ ਵੀ 23-24 ਸੈਪਟੈਂਬਰ ਨੂੰ ਜਦ ਪਹਿਲੀ ਵਾਰ ਇਹ ਪੈਨਲ ਭੇਜਿਆ ਗਿਆ ਸੀ ਸਰਕਾਰ ਦੁਆਰਾ UPSC ਨੂੰ, ਤਦ ਚਟੋਪਾਧਿਆ ਉਹਨਾਂ ਦਾ ਨਾਂ ਵੀ ਸੀਗਾ ਔਰ ਉਹਨਾਂ ਦੀ ਐਲੀਜੀਬਿਲਿਟੀ ਵੀ ਬਣਦੀ ਸੀ। ਪਰ UPSC ਨੇ ਇਸ ਗੱਲ ਨੂੰ ਡਿਨਾਈ ਕੀਤਾ ਔਰ ਇਸ ਗੱਲ ਨੂੰ ਕਲੇਮ ਵੀ ਕੀਤਾ ਕਿਉਂਕਿ 4 ਅਕਤੂਬਰ ਤੱਕ ਡੀਜੀਪੀ ਦਿਨਕਰ ਗੁਪਤਾ ਕੋਲ ਚਾਰਜ ਸੀਗਾ ਤੇ ਇਸ ਕਰਕੇ ਇਸ ਲਿਸਟ ਨੂੰ ਅਸੀਂ 5 ਅਕਤੂਬਰ ਤੋਂ ਮੰਨਾਂਗੇ। ਟੈਕਨੀਕਲੀ ਉਹ ਵੀ ਠੀਕ ਸੀਗੇ, ਪਰ ਇੱਥੇ ਚੀਫ ਸੈਕਟਰੀ ਉਹਨਾਂ ਨੇ ਇਸ ਗੱਲ ਨੂੰ ਕਿੰਨੇ ਪੁਰਜ਼ੋਰ ਤਰੀਕੇ ਨਾਲ UPSC ਦੇ ਸਾਹਮਣੇ ਰੱਖਿਆ, ਇਸ ਗੱਲ ਦੇ ਉੱਤੇ ਸਾਡੇ ਵਾਸਤੇ ਤੇ ਇੱਕ ਸਵਾਲ ਹੈ। ਪਰ ਇਸ ਗੱਲ ਨੂੰ ਚਟੋਪਾਧਿਆ ਉਹਨਾਂ ਤੇ ਜਾਣਦੇ ਹੋਣਗੇ। ਔਰ ਜਿਹੜਾ ਤੁਸੀਂ ਕੱਲ ਦੀ ਮੀਟਿੰਗ ਦਾ ਜ਼ਿਕਰ ਕਰ ਰਹੇ ਹੋ, ਉਸ ਮੀਟਿੰਗ ਦੇ ਵਿੱਚ ਵੀ ਇਹੀ ਮੁੱਦੇ ਉਠਾਏ ਗਏ, ਕਿਉਂਕਿ ਜਦ ਉਹਨਾਂ ਨੂੰ 18 ਤਰੀਕ ਨੂੰ ਡੀਜੀਪੀ ਲਾਇਆ ਗਿਆ ਸੀ ਤਦ ਇਸ ਗੱਲ ਦੀ ਕੰਸੋਲ ਲੱਗ ਗਈ ਸੀਗੀ ਕਿ 20-21 ਤਰੀਕ ਨੂੰ ਕੁਛ ਨਾ ਕੁਛ ਵੱਡਾ ਹੋਣ ਵਾਲਾ, ਕਿਉਂਕਿ 21 ਤਰੀਕ ਨੂੰ UPSC ਦੀ ਮੀਟਿੰਗ ਸੀ ਔਰ ਉਸ ਮੀਟਿੰਗ ਤੋਂ ਪਹਿਲੇ ਜਿਹੜਾ
ਬਿਕਰਮ ਸਿੰਘ ਮਜੀਠੀਆ ਦੇ ਖਿਲਾਫ FIR ਦਾ ਦਰਜ ਹੋਣਾ, ਉਹ ਕਿਸੇ ਨਾ ਕਿਸੇ ਜਗ੍ਹਾ ਚਟੋਪਾਧਿਆ ਉਹਨਾਂ ਤੋਂ ਇਲਾਵਾ ਜਿਹੜੇ IPS ਹੋਤਾ ਸੀਗੇ, ਉਹਨਾਂ ਨੇ ਇਸ ਗੱਲ ਨੂੰ ਕਰਨ ਵਾਸਤੇ ਇਨਕਾਰ ਕੀਤਾ ਸੀਗਾ। ਉਸ ਤੋਂ ਪਹਿਲੇ ਤੁਸੀਂ ਦੇਖਿਆ ਹੋਏਗਾ SK ਅਸਥਾਨਾ, ਵਰਿੰਦਰ ਕੁਮਾਰ ਔਰ ਤੀਜੇ ਜਿਹੜੇ ਹੋਰ ਸੀਗੇ, ਉਹਨਾਂ ਨੇ ਅਰਪਿਤ ਸ਼ੁਕਲਾ ਉਹਨਾਂ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਹੋਣ ਦੇ ਨਾਤੇ ਇਸ ਮੁੱਦੇ ਤੇ FIR ਦਰਜ ਕਰਨ ਤੋਂ ਮਨਾ ਕਰਤਾ ਸੀਗਾ। ਚਲੋ ਇਹ ਤੇ ਇੱਕ ਸਟੇਟ ਦੀ ਪੋਲਿਟਿਕਸ ਹੈ ਤੇ ਬਿਊਰੋਕ੍ਰੇਸੀ ਔਰ ਸਟੇਟ ਦੇ ਸੰਬੰਧ ਹੈ, ਜਿਨ੍ਹਾਂ ਕਰਕੇ ਇਹ ਐਡਮਿਨਿਸਟ੍ਰੇਟਿਵ ਡਿਸੀਜਨ ਲਿੱਤੇ ਜਾਂਦੇ ਨੇ। ਪਰ ਹੁਣ ਚਟੋਪਾਧਿਆ ਉਹਨਾਂ ਦਾ ਕਿਸੇ ਹੋਰ ਮਹਿਕਮੇ ਦੇ ਉੱਤੇ ਲੱਗਣਾ ਜਾਂ ਕਿਸ ਪੋਸਟ ਤੇ ਉਹ ਲੱਗਦੇ ਨੇ, ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ। ਭਾਵਰਾ ਸਾਹਿਬ ਨਵੇਂ DGP ਲੱਗ ਗਏ ਨੇ, ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਬਹੁਤ ਵੱਡੀ ਹੈ। ਹੁਣ ਚਾਹੇ ਉਹ ਅਗਰ ਚਾਹ ਕੇ ਵੀ ਕੋਈ ਏਦਾਂ ਦਾ ਕੰਮ ਨਹੀਂ ਕਰ ਸਕਦੇ ਜਿਹਦੇ ਨਾਲ ਇਸ ਗੱਲ ਦੀ ਇੰਡੀਕੇਸ਼ਨ ਲੱਗੇ ਕਿ ਉਹ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਦੀ ਫੇਵਰ ਕਰ ਰਹੇ ਨੇ, ਕਿਉਂਕਿ ਹੁਣ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਸਾਰੇ ਅਫਸਰਾਂ ਦੀ ਐਕਟੀਵਿਟੀ ਦੇ ਉੱਤੇ ਇੱਕ ਪੈਣੀ ਨਜ਼ਰ ਰੱਖੇਗਾ ਔਰ SSPਆਂ ਦਾ ਬਦਲਿਆ ਜਾਣਾ, ਨਵੇਂ ਅਫਸਰਾਂ ਦਾ ਆਣਾ, ਚੀਫ ਸੈਕਟਰੀ ਉਹਨਾਂ ਦਾ ਜਵਾਬਦਹੀ ਉਸ ਜਿਹੜੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਦੇ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਨੂੰ ਵੀ ਸ਼ੋਕਾਜ਼ ਨੋਟਿਸ ਹੋਇਆ ਸੀ, ਉਹਨਾਂ ਨੇ ਆਪਣਾ ਜਵਾਬ ਦਿੱਤਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਾਂ ਤੇ ਕੋਈ ਕੋਰਟ ਫੈਸਲਾ ਲੈ ਸਕਦਾ ਹੈ ਜਾਂ ਚੋਣ ਕਮਿਸ਼ਨ। ਪਰ ਹੁਣ ਇਲੈਕਸ਼ਨ ਦੀ ਸਟੇਜ ਸੱਜ ਗਈ ਹੈ। ਜਦ ਮੈਂ ਇਹ ਗੱਲ ਕਹੀ ਸੀ ਨਾ ਰੰਧਾਵਾ ਜੀ ਕਿ ਆਪਣਾ ਮੁੱਲ ਪੈਣ ਵਾਲਾ ਹੈ, ਉਹ ਮੁੱਲ ਪੈਣ ਤੋਂ ਤੁਸੀਂ ਥੋੜੀ ਜਿਹੀ ਗਲਤ ਗੱਲ ਹੈਗੀ ਕਿ ਵੀ ਆਪਾਂ ਕਿਸੇ ਦੀ ਫੇਵਰ ਨਹੀਂ ਕਰਦੇ। ਇਹ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਿਸੇ ਦੀ ਫੇਵਰ ਨਹੀਂ ਕਰਦੇ, ਪਰ ਜਦ ਅਸੀਂ ਗੱਲ ਕਰਦੇ ਹਾਂ ਤੇ ਕਈ ਵਾਰ ਇੱਕ ਤਰੀਕੇ ਨਾਲ ਜਿਹੜੀ ਵੀ ਕੀਤੀ ਹੋਈ ਗੱਲ ਕਿਸੇ ਦੀ ਫੇਵਰ ਦੇ ਵਿੱਚ ਚਲੀ ਜਾਂਦੀ ਹੈ ਜਾਂ ਕੋਈ ਲੱਗਦਾ ਕਿ ਇਹ ਸਾਡੇ ਅਗੇਂਸਟ ਹੈ, ਲੇਕਿਨ ਅਸੀਂ ਇਨਫੋਰਮੇਸ਼ਨ ਦੇ ਬੇਸ ਤੇ, ਸੂਤਰਾਂ ਦੇ ਬੇਸ ਤੇ ਜਾਂ ਫਿਰ ਸਾਡੇ ਕੋਲ ਜਿਹੜੇ ਫੈਕਟਸ ਹੁੰਦੇ ਨੇ ਉਹਦੇ ਬੇਸ ਤੇ ਹੀ ਗੱਲ ਕਰਦੇ ਹਾਂ। ਔਰ ਇਹ ਗੱਲ ਬਿਲਕੁਲ ਠੀਕ ਕੀਤੀ, ਅਸੀਂ ਕਿਸੇ ਦਾ ਪੱਖ ਨਹੀਂ ਭੋਰਦੇ, ਅਸੀਂ ਆਪਣੀ ਗੱਲ ਨੂੰ ਨਿਡਰ ਤਰੀਕੇ ਨਾਲ ਰੱਖਦੇ ਹਾਂ, ਭਾਵੇਂ ਉਹ ਕਿਸੇ ਨੂੰ ਗੱਲ ਚੰਗੀ ਲੱਗੇ ਜਾਂ ਨਹੀਂ। ਜੀ ਬਿਲਕੁਲ ਠੀਕ ਹੈ। ਮੈਂ ਨਹੀਂ ਬੁਰਾ ਮੰਨਿਆ, ਮੈਨੂੰ ਲੱਗਦਾ ਹੁੰਦਾ ਵੀ ਇਹਦੇ ਬੁਰੇ ਅਰਥ ਕੱਢ ਲਏ ਜਾਣਗੇ ਜੇ ਕਿਧਰੇ ਕਿਸੇ ਨੇ ਕੱਢਣੇ ਹੋਏ, ਬਾਅਦ ਦੇ ਵਿੱਚ ਜਾ ਕੇ ਇਹ ਗੱਲਾਂ ਕਹਿਣੀਆਂ ਥੋੜੀਆਂ ਟਫ ਹੋ ਜਾਂਦੀਆਂ। ਪਰ ਮੈਂ ਇਹ ਅਹਿਮ ਗੱਲ ਜ਼ਰੂਰ ਕਹੂੰਗਾ ਕਿ ਨੋ ਡਾਊਟ ਉਹਨਾਂ ਅਫਸਰਾਂ ਨੇ ਜਿਨ੍ਹਾਂ ਨੇ ਚੰਨੀ ਗਵਰਨਮੈਂਟ ਨੂੰ ਸਪੋਰਟ ਕੀਤਾ ਔਖੇ ਵੇਲੇ, ਹੁਣ ਉਹਨਾਂ ਲਈ ਜਿਹੜੇ ਦਿਨ ਰਾਤ ਲੱਗੇ ਰਹੇ, ਕਿਉਂਕਿ ਅਨਾਉਂਸਮੈਂਟਸ ਹੀ ਇੰਨੀਆਂ ਕਿਸੇ ਪ੍ਰੋਗਰਾਮ ਹੀ ਇੰਨੇ ਕਿਸੇ ਮੁੱਖ ਮੰਤਰੀ ਦਿਨ ਰਾਤ ਭੱਜੇ ਫਿਰੇ ਸੀ, ਉਹਨਾਂ ਨੂੰ ਜਾਂਦੇ ਜਾਂਦੇ ਸਾਰਿਆਂ ਨੂੰ ਇੱਕ ਸੰਕਟ ਮਿਲ ਗਿਆ। ਫੈਸਲੇ ਸੁਪਰੀਮ ਕੋਰਟ 'ਚ ਹੋਣੇ ਆ, DGP, ਚੀਫ ਸੈਕਟਰੀ, ਇਹ ਸਾਰੇ ਵਕਤ ਨੂੰ ਫੜੇ ਹੋਣਗੇ। ਕੁਦਰਤੀ ਤੌਰ ਤੇ ਜਦੋਂ ਤੱਥ ਜਾਣਗੇ, ਜਦੋਂ ਸਾਰੇ ਦੇ ਸਾਰੇ ਦਸਤਾਵੇਜ਼ ਉੱਥੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨਾਲ ਸੰਬੰਧਿਤ ਹੋਣਗੇ, ਕੋਈ ਤਾਂ ਲੋਕ ਜ਼ਿੰਮੇਵਾਰੀ, ਕੋਈ ਤਾਂ ਲੋਕਾਂ ਦੀ ਤੈਅ ਹੋਊਗੀ। ਪੰਜਾਬ ਦੇ ਐਡਵੋਕੇਟ ਜਨਰਲ ਨੇ ਵੀ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਇਹਨਾਂ ਮਾਮਲਿਆਂ 'ਚ ਬਹੁਤੀਆਂ ਬਹਿਸਾਂ 'ਚ ਨਹੀਂ ਪੈਣਾ ਚਾਹੁੰਦੇ, ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਸਵਾਲ ਆ। ਔਰ ਇਹਦੇ 'ਚ ਮੈਨੂੰ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਪਰਸਨਲੀ ਇਹ ਮਹਿਸੂਸ ਹੁੰਦਾ ਹੋਊਗਾ ਕਿ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਜੇਕਰ ਹੁਸੈਨੀ ਵਾਲੇ ਦੀ ਗੱਲ ਕਰਦੇ ਹਾਂ ਤੇ ਉੱਥੇ ਉਸ ਮੌਕੇ ਤੇ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ, ਮੌਜੂਦਾ ਚੇਅਰਮੈਨ, ਉਹ ਵੀ ਸੀਗੇ ਔਰ ਵਿਜੇ ਕੁਮਾਰ ਸਾਂਪਲਾ ਵੀ ਉੱਥੇ ਮੌਜੂਦ ਸੀਗੇ। ਮੈਂ ਕੋਸ਼ਿਸ਼ ਕਰੂੰਗਾ, ਕਿਉਂਕਿ ਬੜੀ ਜਗ੍ਹਾ ਹੇਟ ਸਪੀਚਸ ਦਾ ਮਾਮਲਾ ਵੀ ਪਿਛਲੇ ਦਿਨਾਂ 'ਚ ਆਇਆ, ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬੀਆਂ ਔਰ ਸਿੱਖਾਂ ਲਈ ਕੁਝ ਟਿੱਪਣੀਆਂ ਵੀ ਹੋਈਆਂ। ਕੋਸ਼ਿਸ਼ ਕਰਾਂਗੇ ਕਿ ਕੱਲ ਅਸੀਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਇਹਨਾਂ ਮਾਮਲਿਆਂ 'ਚ ਜ਼ਰੂਰ ਨਾਲ ਲਈਏ, ਉਹਨਾਂ ਨੂੰ ਪੁੱਛੀਏ ਕਿ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਤੁਸੀਂ ਬਤੌਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤੁਸੀਂ ਕਿਹੋ ਜਿਹਾ ਐਕਸ਼ਨ ਲੈ ਰਹੇ ਹੋ, ਔਰ ਜਿਹੜੇ ਸੈਂਟਰ ਔਰ ਸਟੇਟ ਦੇ ਔਰ ਰਿਸ਼ਤਿਆਂ ਦੇ ਵਿੱਚ ਬਣਦੇ ਵਿਗੜਦੇ ਖੇਲ ਨੇ, ਉਹਨਾਂ ਦੇ ਵਿੱਚ ਸੈਂਸਿਟਿਵਿਟੀ ਦੇ ਨਜ਼ਰੀਏ ਤੋਂ ਇਹ ਸੰਸਥਾਵਾਂ ਦੇ ਰੋਲ ਵੱਡੇ ਹੁੰਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।